तो पीछे करो आवाज फट गई की करा मैं क्या थोड़ी जी पीछे करो तुम माइक दे दी आवाज फट गई पंप कर दी लो राइडर सड़की उत्ते जंप कर दी अल्लड़ा ने सीने खा दिया भलाई करके जिया निकला तेरे यादियां जिया निकला तेरे यादियां जिया निकला तेरे यादियां लो जी उचिया ने गल्लां तेरे यार दियां उचिया ने गल्लां उस्ताद जी तुहाडे शागिर्द दियां ਇਹ ਤੇ ਮੰਨ ਗਿਆ ਅੱਜ ਦੁੱਕੀ ਤੇ ਕੀ ਚੰਗੀ ਠੋਕ ਠੋਕ ਰੱਖਦਾ ਵੇਖਿਆ ਨਾ ਠੋਕ ਠੋਕ ਕੇ ਰੱਖੀਆਂ ਨੇ ਦੁੱਕੀਆਂ ਤੇ ਕੀਆਂ ਵਿੱਚ ਨਹੀਂ ਮੰਨ ਗਿਆ ਵਾਕਈ ਗੱਲ ਵਾਲਾ ਬੰਦਾ ਗੱਲ ਦਾ ਮੁਰਾਦ ਇਹ ਗੱਲ ਠੀਕ ਹੈ ਜਿਹੜੀ ਗੱਲ ਹੈ ਸਹੀ ਹੈ ਜਿਹੜੀ ਲੱਗਦੀ ਉਹ ਵਾਕਈ ਗੱਲ ਹੈ ਆਪਣੇ ਮੌਕਫ ਤੇ ਠੀਕ ਹੈ ਡੇਂਜਰ ਤੇ ਜਾਨ ਲੈਵਾ ਸ਼ੌਕ ਰੱਖਦਾ ਡੇਂਜਰ ਤੇ ਜਾਨਲੇਵਾ ਸ਼ੌਕ ਰੱਖਦਾ ਤੇ ਜਿਹੜੀ ਮੰਡੀਰ ਏ ਇਹ ਦੂਰੀ ਫੁੱਟ ਦੀ ਬਣਾ ਕੇ ਮੰਡੀਰ ਖੜਦੀ ਕਿਉਂਕਿ ਡੱਬ ਵਿੱਚ ਭਰ ਕੇ ਗਲੋਕ ਰੱਖਦਾ ਕਿਉਂਕਿ ਡੱਬ ਵਿੱਚ ਜਿਹੜਾ ਗਲੋਕ ਹੈ ਨਾ ਉਹ ਭਰਿਆ ਹੁੰਦਾ ਹੈ ਉਹ ਲਾਕ ਲੱਗਾ ਹੁੰਦਾ ਮੰਡੀਰ ਨੂੰ ਡਰ ਹੀ ਰਹਿੰਦਾ ਵੀ ਕਿਤੇ ਚੱਲ ਹੀ ਨਾ ਜਾਏ ਅੱਗੇ ਇੱਕ ਵਾਰੀ ਚੱਲ ਗਿਆ ਸੀ ਇੱਕ ਮੁੰਡਾ ਮਰ ਗਿਆ ਸੀ ਪਤਾ ਨਹੀਂ ਲੁਧਿਆਣੇ ਕਿ ਕਿਤੇ ਸਿੱਧੂ ਕੋਲੋਂ ਉਦੋਂ ਦੇ ਮੁੰਡੇ ਡਰ ਕੇ ਪਿੱਛੇ ਹੀ ਰਹਿੰਦੇ ਸੀ ਨਾ ਵੇ ਪਿਸਟਲ ਇਹਨੇ ਰੈਡੀ ਰੱਖਿਆ ਹੁੰਦਾ ਤੇ ਪਿੱਛੇ ਹੀ ਰਵੇ ਕਿਤੇ ਚੱਲ ਨਾ ਜਾਏ ਇਹ ਗਾਣੇ ਦਾ ਮਤਲਬ ਜੇ ਦੁੱਖੀ ਤੇ ਕੀ ਚੰਗੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੈਵਾ ਸ਼ੌਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਮੁੰਡੀਰ ਖੜਦੀ ਕਿਉਂਕਿ ਡੱਬ ਵਿੱਚ ਭਰ ਕੇ ਗਲੋਕ ਰੱਖਦਾ ਇਹਨੇ ਪਿਸਟਲ ਨਹੀਂ ਕਿਹਾ ਗਲੋਕ ਕਿਉਂ ਕਿਹਾ ਪਤਾ ਨਹੀਂ ਗਲਾਬ ਕਹਿੰਦੇ ਹੀ ਉਹਨੂੰ ਜਿਹੜਾ ਕਰਕੇ ਰੱਖਿਆ ਹੁੰਦਾ ਰੈਡੀ ਕਰਕੇ ਰੱਖਿਆ ਨਹੀਂ ਗਲੋਕ ਤੇ ਜਿਹੜਾ ਨਾ ਇਹ ਤੇ ਪਿਸਟਲ ਦੀ ਕੰਪਨੀ ਦਾ ਨਾਮ ਹੈ ਨਾ ਬ੍ਰਾਂਡ ਲਈ ਤੇ ਬ੍ਰਾਂਡਡ ਕੰਪਨੀ ਹੈ ਤੇ ਇਹਦੇ ਤੇ ਸ਼ੱਕ ਕੋਈ ਨਹੀਂ ਹੁੰਦਾ ਬੰਦੇ ਕਿ ਧੋਖਾ ਦੇਗੀ ਹਾਂ ਇਹਦੇ ਧੋਖੇ ਲਈ ਜਰਸੀਮ ਹੀ ਕੋਈ ਨਹੀਂ ਨਾ ਕਿ ਬੰਦੇ ਕੋ ਧੋਖਾ ਜੇ ਮਾਤ ਕੋਈ ਸ਼ੱਕੇ ਸ਼ੁਬੇ ਚ ਰਹੇ ਬੰਦਾ ਕਿ ਧੋਖਾ ਦੇ ਜਾਸੀ ਇਹਨੂੰ ਨਹੀਂ ਗਲੋਕ ਇਸ ਦੇ ਧੋਖੇ ਦਾ ਹੁੰਦਾ ਇਹਦਾ ਇਹਦੇ ਵਿੱਚ ਗੋਲੀ ਇਹਨੇ ਮਾਲਕਾਂ ਦੀ ਮਰਜ਼ੀ ਨਾਲ ਹੀ ਚੱਲਣਾ ਤੇ ਉਹਨੇ ਪੂਰਾ ਕੰਮ ਪਾਣਾ ਇਹਦੀ ਬੈਰਲ ਆਮ ਪਿਸਟਲ ਨਾਲੋਂ ਜ਼ਿਆਦਾ ਹੁੰਦੀ ਬੜੀ ਬੈਰਲ ਅੱਛੀ ਹੁੰਦੀ ਇਹ ਤੇ ਬਾਰੇ ਤੇ ਸ਼ੱਕ ਹੀ ਪਤਾ ਨਹੀਂ ਰੱਖ ਸਕਦਾ ਦਿਲੇ ਚ ਕਿ ਨਹੀਂ ਚੱਲਣਾ ਇਸ ਗੋਲੀ ਫਾਸ ਸੀ ਕੋਈ ਅਜਾ ਕੰਮ ਹੋਮ ਸੀ ਨਹੀਂ ਹੈ ਨਾ ਮੁਮਕਨ ਇਸ ਹਸਤੇ ਇਸ ਕੰਪਨੀ ਨੇ ਪਿਸਟਲ ਹਸਤੇ ਫਿਰ ਉਸਤਾਦ ਹੋਰਾਂ ਦਾ ਸ਼ਾਗਿਰਦ ਵੀ ਇਹ ਗਲੋਕ ਹੀ ਸਾਬਤ ਹੋਇਆ ਤੇ ਇਹ ਬਰੇਟਾ ਕੰਪਨੀ ਹੈ ਤੇ ਬਰੇਟਾ ਇਟਲੀ ਦੇ ਵਿੱਚ ਨਾ ਉਹ ਤੇ ਇਟਲੀ ਦਾ ਬਣਿਆ ਨਾਮ ਬਾਈ ਇਹ ਬ੍ਰਿਸ਼ ਹਾਂ ਬ੍ਰਿਸ਼ੀਆ ਦਾ ਨਾਮ ਹੈ ਪਾਕਿਸਤਾਨ ਦੇ 3 ਲੱਖ ਰੁਪਏ ਨੇ ਨਾ ਮੈਂ ਬਰੇਟਾ ਦਾ 3 ਲੱਖ ਰੁਪਏ ਨੇ ਉਹ ਜਿਹੜਾ ਅਮਰੀਕਾ ਦਾ ਮੁੰਡਾ ਨਹੀਂ ਸੀ ਫੜਨ ਹੋਇਆ ਕੀ ਉਹਦਾ ਨਾਮ ਰੇਮਨ ਡੇਵਿਸ ਉਹਦੇ ਕੋਲ ਬਰੇਟਾ ਦੀ ਬਣਿਆ ਪਿਸਟਲ ਇਟਾਲੀਅਨ ਮੇਡ ਇਹ ਫੌਜ ਨਾ ਪਿਸਟਲ ਹੈ ਅਮਰ ਭਾਈ ਫੌਜ ਵਾਸਤੇ ਬਣਿਆ ਹੈ ਬਰੇਟਾ ਤੇ ਗਲੋਕ ਦਾ ਇਹ ਜਿਸ ਤਰ੍ਹਾਂ ਅਸਾਂ ਨਹੀਂ G3 ਹੈ ਨਾ ਸਪੈਸ਼ਲ ਬਣੀ ਆਰਮੀ ਵਾਸਤੇ ਇਸ ਤਰ੍ਹਾਂ ਦੇ ਸਪੈਸ਼ਲ ਪਿਸਟਲ ਬਣੇ ਗਏ ਨੇ ਬਣਾਏ ਗਏ ਨੇ ਇਹ ਜਦੋਂ ਸਿੱਧੂ ਦਾ ਇੰਟਰਵਿਊ ਉਹਨੇ ਲਿਆ ਨਾ ਉਹ ਕੀ ਨਾਂ ਸੀ ਉਹਦਾ ਉਹ ਜਿਹਦੇ ਬਾਰੇ ਨੇ ਗਾਣੇ ਚ ਆਖਿਆ ਸੀ 295 ਸੀ ਚ ਨੇ ਆਖਿਆ ਸੀ ਨਾ ਮੀਡੀਆ ਚ ਬੈਠੇ ਨੇ ਕਈ ਗਵਾਰ ਚੱਜ ਦਾ ਵਿਚਾਰ ਨਾਨੀਆਂ ਨੂੰ ਹੈਂ ਚੱਜ ਦਾ ਵਿਚਾਰ ਸ਼ੋਅ ਕਰਦਾ ਲਾ ਚੱਜ ਦਾ ਵਿਚਾਰ ਉਹ ਸ਼ੋਅ ਕਰਦਾ ਹੈ ਉਹਦਾ ਨਾਂ ਹੈ ਟਹਿਣਾ ਉਹਦਾ ਨਾਂ ਹੈ ਸਿੰਘ ਹੈ ਪਤਾ ਨਹੀਂ ਉਹਦਾ ਨਾਂ ਪੂਰਾ ਕੀ ਹੈ ਟਹਿਣਾ ਉਹਦੀ ਮੇਰੇ ਹਾਲੇ ਬਰਾਦਰੀ ਜਾਂ ਪਿੰਡ ਦਾ ਨਾਂ ਹੈ ਟਹਿਣਾ YouTube ਤੇ ਤੁਸੀਂ ਹੁਣ ਵੀ ਲਿਖੋ ਨਾ ਚੱਜ ਦਾ ਵਿਚਾਰ ਤੇ ਟਹਿਣਾ ਤੇ ਉਹ ਤੁਹਾਨੂੰ ਨਜ਼ਰ ਆ ਜਾਏਗਾ ਤੇ ਮੈਂ ਵੀ ਉਹਦੇ ਸ਼ੋਅ ਕਾਫੀ ਦੇਖੇ ਨੇ ਉਹਨੇ ਕਿਤੇ ਗੱਲ ਕੀਤੀ ਸੀ ਆਪਣੇ ਸ਼ੋਅ 'ਚ ਸਿੱਧੂ ਦੇ ਬਾਰੇ ਕਿ ਬਈ ਇਹ ਅਸਲੇ ਨੂੰ ਪ੍ਰਮੋਟ ਕਰਦਾ ਹੈ ਤੇ ਮੁੰਡਿਆਂ ਦੇ ਦਿਮਾਗ 'ਚ ਗੱਲਾਂ ਪਾਉਣ ਲੱਗੇ ਆ ਕਿ ਪਿਸਟਲ ਹਰ ਵੇਲੇ ਕੋਲ ਰੱਖਿਆ ਕਰੋ ਅਸਲਾ ਕੋਲ ਰੱਖਿਆ ਕਰੋ ਤੇ ਵੇਖੋ ਇਹਨੇ ਗਾਣਾ ਬਣਾਇਆ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ
ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਇਹ ਤੇ ਅਸਲਾ ਪ੍ਰਮੋਟ ਕਰਨ ਵਾਲੀ ਗੱਲ ਹੈ, ਬੱਚਿਆਂ ਦਾ ਜ਼ਿਹਨ ਖਰਾਬ ਕਰਨ ਵਾਲੀਆਂ ਗੱਲਾਂ ਨੇ। ਤੇ ਫਿਰ ਇਹਨੇ ਗਾਣਾ ਗਾਇਆ ਵੀ ਦੋਰੀ ਫੁੱਟ ਦੀ ਬਣਾ ਕੇ ਮੁੰਡੀਰ ਕਰਦੀ, ਡੱਬ ਵਿੱਚ ਭਰ ਕੇ ਗਲੋਕ ਰੱਖਦਾ। ਤੇ ਇਹ ਉਹਨੂੰ ਪੁੱਛਦੀ ਪਈ ਸੀ, ਆ ਜਿਹੜੀ ਇਹਦੇ ਨਾਲ ਉਹ ਹੋਸਟ ਸੀ ਨਾ, ਉਹ ਜ਼ਨਾਨੀ, ਉਹਨੇ ਵੀ ਇਹਨੂੰ ਪੁੱਛਿਆ ਸੀ ਵੀ ਇਹ ਗਲੋਕ ਦਾ ਮਤਲਬ ਕੀ ਹੈ, ਗਲੋਕ ਕਿਉਂ ਉਹਨੂੰ ਕਹਿ ਰਿਹਾ। ਤੇ ਉਹਨੇ ਫਿਰ ਸਮਝਾਇਆ ਟੈਣੇ ਨੇ। ਤੇ ਉਹ ਸੁਣ ਕੇ ਤੇ ਫਿਰ ਇਹਨੇ ਗਾਣਾ 295 ਸੀ ਜਿਸ ਵੇ ਗਾਇਆ, ਤੇ ਉਹਦੇ 'ਚ ਇਹਨੇ ਆਖਿਆ ਸੀ ਵੀ ਮੀਡੀਆ 'ਚ ਕਈ ਅੱਜ ਕੱਲ੍ਹ ਗਵਾਰ ਬੈਠੇ ਨੇ ਤੇ ਜਨਾਨੀਆਂ ਨਾਲ ਬਹਿ ਕੇ ਚੁਗਲੀਆਂ ਕਰਦੇ ਰਹਿੰਦੇ ਨੇ ਤੇ ਨਾ ਰੱਖਿਆ ਚੱਜ ਦਾ ਵਿਚਾਰ, ਪ੍ਰੋਗਰਾਮ ਦਾ ਨਾਂ ਰੱਖਿਆ ਚੱਜ ਦਾ ਵਿਚਾਰ। ਸੁਣ ਲਓ। ਚੁਗਲੀਆਂ ਤੇ ਨਾਮ ਰੱਖਦੇ ਆ ਚੱਜ ਦਾ ਵਿਚਾਰ, ਸ਼ਾਮ ਦੇ ਸਵੇਰੇ ਭਾਲਦੇ ਵਿਵਾਦ ਨੇ, ਐਵੇਂ ਤੇਰੇ ਨਾਲ ਕਰਦੇ ਫਸਾਦ ਨੇ, 24 ਘੰਟੇ ਨਾਲੇ ਨਿੰਦ ਦੇ ਪਰਾਉਣੇ ਨੂੰ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ, ਭਾਵੇਂ ਔਖੀ ਹੋਈ ਹੈ ਮੀਡੀਆ। ਅੱਛਾ ਅਮਰ ਭਾਈ, ਗੱਲ ਇੱਕ ਹੋਰ ਵੀ ਜੇ ਵਿੱਚ ਇਹਦੇ ਵਿੱਚ ਇਹ ਪੂਰਾ ਨਾ, ਇਹ ਸੁਣਨ ਵਾਲਾ, ਇਹ ਪੂਰਾ ਜਿਹੜਾ ਬੰਦ ਹੈ ਨਾ ਅਮਰ ਭਾਈ, 295 ਸੀ ਸਭ ਤੋਂ ਟਾਪ ਦਾ ਹੈ। ਜੀ ਜੀ। ਅੱਛਾ ਜਿਹੜੀ ਗੱਲ ਇਹਨਾਂ ਨੇ ਕੀਤੀ ਇੱਕ ਅਸਲੇ ਦਾ ਕਰਦਾ, ਇਹ ਗੱਲ ਉਹਦੀ ਠੀਕ ਵੀ ਜੇ। ਇੰਡੀਆ 'ਚ ਅਸਲਾ ਇਤਨਾ ਪ੍ਰਮੋਟ ਹੀ ਨਹੀਂ ਜਿਤਨਾ ਪਾਕਿਸਤਾਨ 'ਚ। ਮੈਂ ਸਿੱਖ ਦਾ ਇੰਟਰਵਿਊ ਸੁਣਿਆ ਸੀ ਨਾ, ਉਹ ਕਹਿੰਦਾ ਯਾਰ ਅਸਾਂ ਤਾਂ 12 ਬੋਰ ਚੁੱਕੀ ਹੋ ਨਾ, ਡਬਲ ਬੈਰਲ ਹੋ, ਉਹ ਨਹੀਂ ਮਾਣ ਕੀਤੇ ਵੀ ਜੀ ਪਾਕਿਸਤਾਨੀਆਂ ਨੇ ਤੇ 47 ਦੀ ਆਤਮਾ ਰੋਲ ਕੇ ਰੱਖ ਦਿੱਤੀ ਹੈ ਕਿ ਬਾਥਰੂਮਾਂ ਦੇ ਬਾਹਰ ਗਨਮੈਨ ਹੁੰਦਾ ਤਾਂ ਉਹਦੇ ਕੋਲ AK-47 ਚਾਹੀ ਹੁੰਦੀ ਹੈ। ਇਹ ਪੁਰਾਣੀ ਗੱਲ ਹੈ, ਬਿਲਕੁਲ ਇੰਝ ਸੀ। ਮੈਂ ਵੀ ਜਦੋਂ 2007 ਵਿੱਚ ਇੱਥੇ ਆਇਆ ਤੇ ਮੈਂ ਵੀ ਇਹ ਵੇਖਿਆ ਮੀਡੀਆ ਤੇ ਉਹਨਾਂ ਦੀਆਂ, ਤੇ ਮੈਂ ਦਾ ਸੀ ਵੀ ਉੱਥੇ ਤੇ ਇਲੈਕਸ਼ਨਾਂ ਜਦੋਂ ਆਉਂਦੀਆਂ ਨੇ ਨਾ, ਇਲੈਕਸ਼ਨਾਂ ਦੇ ਵਿੱਚ ਅਸਲਾ ਵੀ ਇਕੱਠਾ ਕਰ ਲੈਂਦੇ ਨੇ ਲੋਕਾਂ ਕੋਲ, ਲਾਇਸੈਂਸੀ ਅਸਲਾ ਵੀ ਇਕੱਠਾ ਕਰ ਲੈਂਦੇ, ਨਜਾਇਜ਼ ਅਸਲਾ ਹੈ ਹੀ ਨਹੀਂ ਸੀ ਕਿਸੇ ਕੋਲ। ਹੁਣ ਉੱਥੇ ਮੁੰਡੇ ਕੋਲ ਪਿਸਟਲ ਹੈ। ਇੰਨਾ ਕੁ ਅਸਲਾ ਪੰਜਾਬ 'ਚ ਹੋ ਗਿਆ ਕਿ ਉੱਥੇ ਗੈਂਗਸਟਰਿਜ਼ਮ ਜਿਹੜੀ ਉਹ ਫੈਲ ਗਈ ਹੈ। ਲੋਕ ਪਿਸਟਲ ਵਹਾ ਕੇ ਨਜਾਇਜ਼, ਇਹ ਮੇਰੇ ਨਾਲ ਜਿਹੜੇ ਕੁਲੀਗ ਮੇਰੇ ਕੰਮ ਕਰਦੇ ਨੇ ਉਹ ਦੱਸਦੇ ਨੇ ਬਈ ਛੁੱਟੀ ਜਾਣ ਤੇ ਦਿਲ ਨਹੀਂ ਕਰਦਾ, ਉਹ ਮੰਡੀ ਫਾਇਰਿੰਗ ਹੋ ਗਈ, ਉੱਥੇ ਫਾਇਰਿੰਗ ਹੋ ਗਈ, ਉੱਥੇ ਫਾਇਰਿੰਗ ਹੋ ਗਈ। ਅਮਰ ਭਾਈ ਗਵਰਨਮੈਂਟ ਸਪਾਂਸਰ ਕਰਦੀ ਪਈ ਨਾ, ਹੁਣ ਗਵਰਨਮੈਂਟ ਸਪਾਂਸਰ ਕਰਦੀ ਪਈ। ਉਹ ਪੁਰਾਣੀ ਗੱਲ ਹੈ, ਜਦੋਂ ਦੀ ਤੁਸੀਂ ਗੱਲ ਪਈ, ਜਦੋਂ ਤੁਸੀਂ ਸਾਊਦੀ ਰਹੇ ਹੋ ਨਾ, ਉਦੋਂ ਉਹਨਾਂ ਕੋਲੇ ਅਸਲਾ ਨਹੀਂ ਸੀ ਹੁੰਦਾ। ਗੱਲ ਠੀਕ ਹੈ, ਜਦੋਂ ਕੋਈ 12 ਬੋਰ ਹੁੰਦੀ ਸੀ ਉਹ ਪਿੰਡ ਦਾ ਲੰਬਰਦਾਰ ਹੁੰਦਾ ਸੀ। ਤੇ ਉਹ ਜਦੋਂ ਇਲੈਕਸ਼ਨ ਆਏ ਨਾ, ਸਿੱਧੂ ਨੇ ਜਿਹੜੀ ਗੱਲ ਉਹਨੂੰ ਸੁਣਾਈ ਚੱਜ ਦੇ ਵਿਚਾਰ ਪ੍ਰੋਗਰਾਮ 'ਚ ਗਿਆ, ਫਿਰ ਤੇ ਟਹਿਣੇ ਨੇ ਪੁੱਛੀ ਨਾ ਗੱਲ ਵੀ ਤੂੰ ਕੀ ਗਾਣਾ ਗਾਇਆ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ ਬਿਲੋਂਗ ਕਰ। ਉਹਨੇ ਆਖਿਆ ਮੇਰੀ ਡੈਡੀ ਨੇ ਗੱਲ ਸੁਣਾਈ ਸੀ ਕਿ ਸਾਡੇ ਪਿੰਡ ਇੱਕ ਫੌਜੀ ਰਿਟਾਇਰ ਸੂਬੇਦਾਰ ਸੀ, ਉਹਨੇ ਅਸਲੇ ਦਾ ਲਾਇਸੈਂਸ ਬਣਵਾਇਆ ਸੀ, ਉਹਦੇ ਕੋਲ ਬੰਦੂਕ ਸੀ 7M, ਪੱਕੀ ਰਫਲ ਸੀ ਉਹਦੇ ਕੋਲ। ਤੇ ਜਦੋਂ ਇਲੈਕਸ਼ਨ ਆਈ ਤੇ ਉਹ ਇਲੈਕਸ਼ਨ ਦੇ ਵਿੱਚ ਨਾ ਰਫਲਾਂ ਜਮ੍ਹਾਂ ਕਰਨ ਵਾਸਤੇ ਦਾਰੇ 'ਚ ਉਹਨਾਂ ਸਾਰਿਆਂ ਨੂੰ ਬੁਲਾਇਆ ਵੀ ਆਪਣੀਆਂ ਰਫਲਾਂ ਜਮ੍ਹਾਂ ਕਰਾਓ। ਕਹਿੰਦਾ ਉਹ ਸੂਬੇਦਾਰ ਵੀ ਰਫਲ ਜਮ੍ਹਾਂ ਕਰਾਉਣ ਗਿਆ। ਜਿਸ ਵੇਲੇ ਉਹਦਾ ਆਵਾਜ਼ ਵੱਜੀ ਨਾ ਤੇ ਇੱਕ ਬੰਦੇ ਨੇ ਉਹਦੇ ਨਾਲ ਟੀਚਰ ਕੀਤੀ ਤੇ ਉਹਨੇ ਆਖਿਆ ਰਾਈਫਲ ਤੂੰ ਬਾਬਾ ਐਵੇਂ ਫੜੀ ਏ, ਚਲਾਈ ਤਾਂ ਤੂੰ ਕਦੇ ਹੈ ਨਹੀਂ, ਇਹ ਐਵੇਂ ਫੜੀ ਹੁੰਦੀ, ਕਰਾ ਦੇ ਜਮ੍ਹਾਂ। ਉਹਨੇ ਕਿਹਾ ਤੂੰ ਉੱਠ ਕੇ ਸਾਹਮਣੇ ਹੋ ਕੇ ਖਲੋ ਕੇ ਵੇਖ ਲੈ ਵੀ ਚੱਲਦੀ ਕਿ ਨਹੀਂ ਚੱਲਦੀ। ਉਹ ਸਾਹਮਣੇ ਹੋ ਕੇ ਖਲੋਤਾ, ਉਹਨੇ ਫਾਇਰ ਕਰ ਦਿੱਤਾ, ਬੰਦਾ ਮਰ ਗਿਆ। ਸਿੱਖ ਤੇ ਹੁੰਦੇ ਤੇ ਇੰਜੇ ਦੇ ਨੇ ਨਾ, ਉਹਦੇ 12 ਵਜੇ ਸੀ, ਉਹਨੇ ਫਾਇਰ ਕਰਤਾ, ਬੰਦਾ ਮਰ ਗਿਆ। ਕਹਿੰਦਾ ਹੈ ਵੀ ਉਹ ਮੇਰੇ ਡੈਡੀ ਨੇ ਗੱਲ ਸੁਣਾਈ ਸੀ ਤੇ ਮੈਂ ਉਹਦੀ ਵਜ੍ਹਾ ਤੋਂ ਇਹ ਗਾਣਾ ਬਣਾਇਆ ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਇਹ ਗਾਣਾ ਮੈਂ ਤਾਂ ਬਣਾਇਆ ਸੀ ਕਿ ਸਾਡੇ ਪਿੰਡ ਦਾ ਵਾਕਿਆ। ਪਰ ਇਹ ਜਿਹੜਾ 295 ਸੀ ਦਾ ਆਖਰੀ ਬੰਦ ਹੈ ਨਾ, ਜ਼ਰਾ ਸੁਣਾ ਦਿਓ ਕਿ ਮੀਡੀਆ 'ਚ ਬੈਠ ਕੇ ਮੀਡੀਆ 'ਚ ਬੈਠ ਮੀਡੀਆ ਬੈਠੇ ਇੱਕੋ ਝੂਠ ਬੋਲਦੇ ਆ ਉਹ ਵੀ ਵਾਰ-ਵਾਰ, ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਤੇ ਝੂਠ ਨਾਮ ਰੱਖਦੇ ਆ ਚੱਜ ਦਾ ਵਿਚਾਰ, ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ, ਐਵੇਂ ਤੇਰੇ ਨਾਲ ਕਰਦੇ ਫਸਾਦ ਨੇ, 24 ਘੰਟੇ ਨਾਲੇ ਨਿੰਦ ਦੇ ਪਰਾਉਣੇ ਨੂੰ, ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ, ਭਾਵੇਂ ਔਖੀ ਹੋਈ ਹੈ ਗਰਾਉੜ ਤੇਰੇ ਤੇ, ਬੋਲਦੇ ਨੇ ਐਵੇਂ ਸਾਲੇ ਲਾਉੜ ਤੇਰੇ ਤੇ, ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ ਆ, ਬਾਪੂ ਤੇਰਾ ਬੜਾ ਆ ਪ੍ਰਾਊਡ ਤੇਰੇ ਤੇ, ਦੱਬ ਗਿਆ ਦੁਨੀਆ ਨੇ ਵਹਿਮ ਪਾਇਆ, ਉੱਠ ਪੁੱਤ ਝੋਟਿਆ ਓਏ ਮੂਸੇ ਵਾਲਿਆ, ਜੇ ਐਵੇਂ ਰਿਹਾ ਕੀਤਾ ਵਿੱਚ ਸੱਚ ਬੋਲਦਾ, ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ, ਨਿਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਨੂੰ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ।
ਕਮਾਲ ਬੋਲਣ ਵਾਕਈ। ਬਹੁਤ ਆਲਾ, ਬਹੁਤ ਆਲਾ, ਬਹੁਤ ਹੀ ਆਲਾ। ਅਸਲ ਇਸ ਪੂਰੇ ਬੰਦ ਦਾ ਜਿਹੜਾ ਖੁਲਾਸਾ ਇੱਕ ਤੇ ਉਹ ਵੀ ਉਹ ਟਹਿਣੇ ਵਾਲੀ ਗੱਲ ਜਿਹੜੀ ਉਹਨੇ ਚੱਜ ਦਾ ਵਿਚਾਰ 'ਚ ਦੇ ਖਿਲਾਫ ਕੀਤੀ ਸੀ, ਫੈਸਲੇ ਨੂੰ ਪ੍ਰਮੋਟ ਕਰਦਾ। ਤਾਂ ਇਹਨੇ ਆਖਿਆ ਕਿ ਮੀਡੀਆ 'ਚ ਬੈਠੇ ਕਈ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆ, ਉਹ ਵੀ ਬਾਰ-ਬਾਰ ਜ਼ਨਾਨੀਆਂ ਨਾਲ ਬਹਿ ਕੇ ਕਰਦੇ ਆ ਚੁਗਲੀਆਂ ਤੇ ਸ਼ੁੱਧ ਨਾਮ ਰੱਖਦੇ ਆ ਚੱਜ ਦਾ ਵਿਚਾਰ। ਸ਼ੁੱਧ ਨਾਮ ਰੱਖਿਆ, ਸ਼ੁੱਧ ਨਾਮ ਬਈ ਸੋਹਣਾ ਜਿਹਾ ਨਾਂ ਰੱਖਿਆ, ਸ਼ੁੱਧ ਨਾਮ ਹੈ ਸਾਡੇ ਪ੍ਰੋਗਰਾਮ ਦਾ, ਚੱਜ ਦਾ ਵਿਚਾਰ। ਅਗਲਾ ਜਿਹੜਾ ਹਿੱਸਾ ਹੈ ਨਾ ਉਹ ਵੱਖਰਾ ਹੈ। ਕਹਿੰਦਾ ਹੈ ਕਿ ਭਾਵੇਂ ਅਮਰ ਭਾਈ ਉਹ ਸ਼ੁਭ ਹੈ, ਸ਼ੁਭ ਉਹਦੇ ਵਿੱਚ ਪਾਕ ਨੂੰ ਕਹਿੰਦੇ, ਪਾਕ। ਸ਼ੁਭ ਸ਼ੁਭ ਨਾਮ ਰੱਖਦੇ ਚੱਜ ਦਾ ਵਿਚਾਰ। ਅਗਲਾ ਜਿਹੜਾ ਕਹਿੰਦਾ ਨਾ ਪਾਕ ਚੀਜ਼ ਦੇ, ਜਿੱਦਾਂ ਅਸੀਂ ਕਹਿੰਦੇ ਨਾ ਪਾਕ ਚੀਜ਼ ਤੇ ਉਹ ਸ਼ੁਭ ਕਹਿੰਦੇ ਨੇ। ਸ਼ੁਭੇ ਦਾ ਆਪਣਾ ਨਾਮ ਹੀ ਸ਼ੁਭਦੀਪ ਸੀ। ਸਿੱਧੂ ਦਾ ਜਿਹੜਾ ਅਸਲ ਨਾਮ ਹੈ ਨਾ ਸ਼ੁਭਦੀਪ ਹੈ। ਖੂਬਸੂਰਤ ਚਿਰਾਗ, ਖੂਬਸੂਰਤ ਦੀਵਾ। ਅਗਲਾ ਜਿਹੜਾ ਹਿੱਸਾ ਹੈ ਨਾ ਭਾਵੇਂ ਔਖੀ ਹੋਈ ਹੈ ਕਰਾਊਡ ਤੇਰੇ ਤੇ, ਬੋਲਦੇ ਨੇ ਐਵੇਂ ਸਾਲੇ ਲਾਊਡ ਤੇਰੇ ਤੇ, ਲਾਊਡ ਤੇਰੇ ਤੇ। ਭਾਵੇਂ ਔਖੀ ਹੋਈ ਹੈ ਕਰਾਊਡ ਤੇਰੇ ਤੇ, ਬੋਲ ਪੁੱਤਰਾ ਬਾਪੂ ਤੇਰਾ ਬੜਾ ਹੈ ਪਰ ਤੇਰੇ ਕਹਿੰਦਾ ਕਿ ਭਾਵੇਂ ਔਖੀ ਹੋਈ ਹੈ ਕਰਾਊਡ ਤੇਰੇ ਤੇ, ਬੋਲਦੇ ਨੇ ਐਵੇਂ ਸਾਲੇ ਲਾਊਡ ਤੇਰੇ ਤੇ। ਇਹਦੀ ਵੀ ਇੱਕ ਬੈਕਗਰਾਉਂਡ ਹੈ ਔਰ ਉਹ ਬੜੀ ਦਰਦਨਾਕ ਹੈ। ਇਹਨੇ ਗਾਣਾ ਲਿਖਿਆ ਸੀ ਜਿਹਦੇ 'ਚ ਇਹਨੇ ਇੱਕ ਕੁੜੀ ਦਾ ਜ਼ਿਕਰ ਕੀਤਾ ਸੀ, ਮਾਈ ਭਾਗੋ ਦਾ। ਉਹ ਇੱਕ ਉੱਥੇ ਕੁੜੀ ਸੀ ਤੇ ਉਹ ਇਹ ਜੀਨਾਂ ਜੀਨ ਨਹੀਂ ਪਾਉਂਦੀਆਂ ਕੁੜੀਆਂ ਜਿਹਦੇ ਗੋਡੇ ਪਾਟੇ ਹੋਣ ਤੇ ਤੂੰ, ਤੇ ਉਹਦਾ ਇਹਨੇ ਗਾਣਾ ਬਣਾਇਆ ਸੀ ਕਿ ਵੀ ਭਾਵੇਂ ਮੇਰਾ ਫੈਸ਼ਨ ਮੇਰੀ ਰਵਾਇਤ ਨਾ ਤੁਸੀਂ ਵੇਖੋ, ਮੈਂ ਮਾਈ ਭਾਗੋ ਦੀ ਮਾਈ ਭਾਗੋ ਇਹਨਾਂ ਦੀ ਇੱਕ ਆਈਡੀਅਲ ਖਾਤੂਨ ਹੈ ਜਿਹੜੀ ਇਹਨਾਂ ਦੇ ਮਜ਼ਹਬ ਦੇ ਵਿੱਚ ਇੱਕ ਮੁਕੱਦਸ ਖਾਤੂਨ ਸਮਝ ਲਓ। ਉਹਦੀ ਵਜ੍ਹਾ ਤੋਂ ਸਿੱਖਾਂ ਨੇ ਰੌਲਾ ਪਾਤਾ ਕਿ ਇਹਨੇ ਮਾਈ ਭਾਗੋ ਦੀ ਨਿਸਬਤ ਕਰ ਦਿੱਤੀ ਹੈ ਇੱਕ ਫੈਸ਼ਨੇਬਲ ਕੁੜੀ ਵੱਲ, ਤੇ ਇਹਨੇ ਤੋਹੀਨ ਕਰ ਦਿੱਤੀ ਸਾਡੇ ਮਜ਼ਹਬ ਦੀ। ਇਹਦੇ ਦਰਵਾਜ਼ੇ ਦੇ ਅੱਗੇ ਬੋਰਡ ਚੁੱਕ ਕੇ ਆ ਕੇ ਜਲੂਸ ਲੈ ਕੇ ਬੰਦਿਆਂ ਨੇ ਜਲੂਸ ਕੱਢਿਆ ਸੀ। ਜਿਹੜਾ ਗਾਣਾ ਸ਼ੁਰੂ ਹੀ ਇੱਥੋਂ ਹੁੰਦਾ ਹੈ, ਇਹ ਜਿਹੜਾ 295 ਸੀ ਨਾ ਗਾਣਾ ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਇਹ ਜਿਹੜੇ ਬੋਰਡ ਚੱਕੀ ਖੜੇ ਆ ਨਾ ਦਰਵਾਜ਼ੇ ਤੇ ਅੱਗੇ, ਕਹਿੰਦਾ ਮੇਰੇ ਬਾਪ ਨੇ ਮੈਨੂੰ ਆਖਿਆ ਪੁੱਤਰ ਤੂੰ ਨਾ ਘਬਰਾ। ਇਹ ਜਿਹੜਾ ਬੋਰਡ ਚੁੱਕ ਕੇ ਅੱਗੇ ਗਿਆ ਆਉਂਦਾ ਨਾ ਪਿਆ, ਮੈਂ ਇਹਦੇ ਪਿਓ ਨੂੰ ਵੀ ਜਾਣਨਾ, ਇਹਦੇ ਦਾਦੇ ਨੂੰ ਵੀ ਜਾਣਨਾ, ਮੈਂ ਇਹਦੀ ਪੂਰੀ ਨਸਲ ਨੂੰ ਜਾਣਨਾ। ਇਹ ਮੁੰਡਾ ਸੀ, ਇਹਦਾ ਦਿਲ ਭੈੜਾ ਪੈ ਗਿਆ ਵੀ ਜਲੂਸ ਬਾਹਰੋਂ ਕੱਢ ਕੇ ਲੈ ਨੇ, ਇਹਦੀ 22-23 ਸਾਲ ਦਾ ਬੱਚਾ ਹੈ ਤੇ ਉਹਦੇ ਖਿਲਾਫ ਜਲੂਸ ਲੈ ਕੇ ਤੇ ਲਾਂਤੀ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਆ ਗਏ ਕਿ ਤੁਸੀਂ ਸਾਡੇ ਮਜ਼ਹਬ ਦੀ ਤੋਹੀਨ ਕਰ ਦਿੱਤੀ ਏ, ਤੁਸੀਂ ਸਾਡੇ ਪੱਲੇ ਛੱਡਿਆ ਕੱਖ ਨਹੀਂ। ਇਹ ਮੁੰਡਾ ਰੋਣ ਲੱਗ ਪਿਆ ਅੱਗੇ ਮਾਂ ਦੇ ਜਾ ਕੇ, ਪਿਓ ਦੇ ਅੱਗੇ, ਕਿ ਮੇਰੀ ਵਜ੍ਹਾ ਤੋਂ ਤੁਹਾਡੀ ਬੇਇੱਜ਼ਤੀ, ਤੁਹਾਡੀ ਤੋਹੀਨ ਹੋ ਗਈ, ਮੈਂ ਗਾਣਾ ਲਿਖਿਆ ਤੇ ਮੈਨੂੰ ਮਾਫ ਕਰ ਦਿਓ। ਤੇ ਕਹਿੰਦਾ ਮੇਰੇ ਪਿਓ ਨੇ ਮੈਨੂੰ ਪਿਆਰ ਨਾਲ ਨਾ ਨਸੀਹਤ ਕੀਤੀ, ਉਹਨੇ ਕਿਹਾ ਪੁੱਤਰ ਤੂੰ ਨਾ ਘਬਰਾ, ਇਹ ਜਿਹੜਾ ਬੋਰਡ ਚੁੱਕ ਕੇ ਅੱਗੇ ਪਿਆ ਆਉਂਦਾ ਨਾ ਜਿਹਦੇ ਉੱਤੇ ਲਿਖਿਆ ਹੈ ਬਈ ਸਿੱਧੂ ਮਾਫੀ ਮੰਗੇ, ਪੰਥ ਸੇ ਮਾਫੀ ਮੰਗੇ, ਪੰਜਾਬੀ 'ਚ ਲਿਖਿਆ ਪੰਥ ਕੋਲੋਂ ਮਾਫੀ ਮੰਗ ਕਿ ਤੂੰ ਸਾਡੇ ਮਜ਼ਹਬ ਦੀ ਤੋਹੀਨ ਕਰਤੀ। ਕਹਿੰਦਾ ਮੇਰੇ ਬਾਪ ਨੇ ਮੈਨੂੰ ਤਸੱਲੀ ਦਿੱਤੀ ਤੇ ਉਹਨੇ ਆਖਿਆ ਮੈਂ ਇਹਨਾਂ ਨੂੰ ਜਾਣਨਾ, ਇਹ ਜਿਹੜਾ ਬੋਰਡ ਚੁੱਕ ਕੇ ਅੱਗੇ ਪਿਆ ਆਉਂਦਾ ਸ਼ੋਹਰਤ ਦਾ ਭੁੱਖਾ, ਇਹਨੂੰ ਮਜ਼ਹਬ ਦੇ ਤਕੱਦਸ ਨਾਲ ਕੋਈ ਲੈਣ ਦੇਣ ਨਹੀਂ ਹੈ, ਇਹ ਸਿਰਫ ਔਰ ਸਿਰਫ ਆਪਣਾ ਬੁਗਜ਼ ਸਾਡੇ ਤੇ ਕੱਢਦਾ। ਕਿਉਂਕਿ ਇਹਦੇ ਪਿਓ ਦੀ ਵੀ ਪਿੰਡ ਦੇ ਵਿੱਚ ਭੰਡੀ ਛੰਡੀ ਹੋਈ ਸੀ ਨਾ ਉਹਨਾਂ ਲੋਕਾਂ ਨਾਲ, ਇਹਨੇ ਪਿਓ ਇਹਦੇ ਨੇ ਫੈਰ ਮਾਰ ਦਿੱਤਾ, ਫਿਰ ਜੇਲ੍ਹ 'ਚ ਰਿਹਾ ਇਹਦਾ ਪਿਓ, ਤੇ ਪਿਓ ਵੀ ਇਹਦਾ ਥੋੜ੍ਹਾ ਜਿਹਾ ਖਪਰਾ ਹੀ ਸੀ। ਤੇ ਕਹਿੰਦਾ ਮੇਰੇ ਪਿਓ ਨੇ ਮੈਨੂੰ ਤਸੱਲੀ ਦਿੱਤੀ ਸੀ, ਤੇ ਇਹ ਉਸ ਤਸੱਲੀ ਉੱਤੇ ਇਹਨੇ ਗਾਣਾ ਲਿਖਿਆ 295 ਸੀ। ਇਹਦੇ ਉੱਤੇ 295 ਸੀ ਦਾ ਮੁਕੱਦਮਾ ਬਣ ਗਿਆ। ਫਿਰ ਇਹਨੇ ਜਾ ਕੇ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤ ਸਾਰੇ ਉੱਥੇ ਮਾਫੀ ਮੰਗੀ, ਉਹਨਾਂ ਕੋਲੋਂ ਜਿਹੜਾ ਅਕਾਲ ਤਖਤ ਦਾ ਜਥੇਦਾਰ ਉਹਦੇ ਕੋਲ ਮਾਫੀ ਮੰਗੀ, ਤੇ ਤਾਂ ਇਹ ਗੱਲ ਮੁੱਕੀ। ਬਲਕਿ ਇਹਦੀ ਵਾਲਦਾ ਦੀ ਵੀ ਪਿਕਚਰ ਲੱਗੀ ਹੈ, ਇਹਦੀ ਮਾਂ ਨੇ ਵੀ ਮਾਫੀ ਉਸ ਜਲੂਸ ਕੋਲੋਂ ਅੱਗੇ ਖਲੋ ਕੇ ਹੱਥ ਜੋੜ ਕੇ ਮਾਫੀ ਮੰਗੀ ਕਿ ਵੀ ਮੇਰੇ ਪੁੱਤਰ ਦਾ ਮਤਲਬ ਇਹ ਨਹੀਂ ਸੀ ਹੈ, ਤੁਸੀਂ ਮਿਹਰਬਾਨੀ ਕਰੋ ਇਹ ਜਲੂਸ ਲੈ ਜਾਓ, ਮੇਰੇ ਪੁੱਤ ਨੇ ਕੋਈ ਤੋਹੀਨ ਮਜ਼ਹਬ ਦੀ ਨਹੀਂ ਕੀਤੀ, ਉਹਦੀ ਗੱਲ ਦਾ ਮਤਲਬ ਤੁਹਾਨੂੰ ਸਮਝ ਨਹੀਂ ਆਇਆ ਤੇ ਤੁਸੀਂ ਅਸੀਂ ਤੁਹਾਡੇ ਕੋਲ ਮਾਫੀ ਮੰਗਣਾ, ਤੁਸੀਂ ਟੁਰ ਜਾਓ। ਇਹਦੀ ਮਾਂ ਨੇ ਵੀ ਮਾਫੀ ਮੰਗੀ, ਇਹਨੇ ਵੀ ਜਾ ਕੇ ਉੱਥੇ ਅਕਾਲ ਤਖਤ ਦੇ ਜਥੇਦਾਰ ਕੋਲ ਮਾਫੀ ਮੰਗੀ ਅੰਮ੍ਰਿਤਸਰ। 295 ਸੀ ਦਾ ਪਰਚਾ ਵੀ ਹੋ ਗਿਆ। ਤੇ ਫਿਰ ਇਹਨੇ ਇਹ ਗਾਣਾ ਲਿਖਿਆ ਸੀ ਜਿਹਦੇ ਇਹ ਅਲਫਾਜ਼ ਨੇ ਕਿ ਭਾਵੇਂ ਔਖੀ ਹੋਈ ਏ ਕਰਾਊਡ ਤੇਰੇ ਤੇ, ਬੋਲਦੇ ਨੇ ਐਵੇਂ ਸਾਰੇ ਲਾਊਡ ਤੇਰੇ ਤੇ।
ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ, ਇਹ ਬਾਪੂ ਤੇਰਾ ਬੜਾ ਹੀ ਪ੍ਰਾਊਡ ਤੇਰੇ ਤੇ। ਬਈ ਪਿਓ ਤੇਰੇ ਤੇ ਤੈਨੂੰ ਓਵਰਸੀਅਰ ਬਣਾਉਣਾ ਸੀ, ਬੜਾ ਕਰਦਾ ਨਾ। ਇਹਨੂੰ ਉਹਨੇ ਇੱਕ ਕੋਰਸ ਕਰਵਾਇਆ ਸੀ। ਉਹ ਇੱਕ ਦਿਨ ਕਹਿੰਦਾ, ਮੈਂ ਪਿਓ ਨੂੰ ਪੁੱਛਿਆ ਵੀ ਅੱਬਾ ਜ਼ਿਆਦਾ ਤੋਂ ਜ਼ਿਆਦਾ ਤੈਨੂੰ ਕੀ ਤਵੱਕੋ ਸੀ ਕਿ ਤੇਰਾ ਮੁੰਡਾ ਕੀ ਬਣੇਗਾ? ਕਹਿੰਦਾ ਮੈਂ ਤੇ ਤੈਨੂੰ ਓਵਰਸੀਅਰ ਬਣਾਉਣਾ ਚਾਹੁੰਦਾ ਸੀ। ਤੇ ਕਹਿੰਦਾ ਬਾਪੂ ਜਿੰਨੇ ਹੁਣ ਮੈਂ ਰੁਪਈਏ ਕਮਾਨਾ, ਹੁਣ ਕਿੰਨੇ ਓਵਰਸੀਅਰਾਂ ਦੇ ਪੈਸੇ ਮੇਰੇ ਇੱਕ ਸ਼ੋਅ 'ਚ ਆ ਜਾਂਦੇ ਨੇ। 1 ਕਰੋੜ ਰੁਪਈਆ ਜਿਹਦੇ ਸ਼ੋਅ ਦਾ ਹੋਵੇ ਤੇ ਕਰੋੜ ਰੁਪਈਆ ਤੇ ਉਹਦੀ 2 ਸਾਲ ਦੀ ਤਨਖਾਹ ਨਹੀਂ ਆਇਆ ਜਿਹੜਾ ਓਵਰਸੀਅਰ ਉੱਥੇ। ਤੇ ਕਹਿੰਦਾ ਬਾਪੂ ਹੁਣ ਉਹ ਓਵਰਸੀਅਰ ਕਿੱਥੇ ਤੇ ਮੈਂ ਕਿੱਥੇ? ਆਂਦਾ ਪੁੱਤਰ ਮਨ ਤੇਰੇ ਤੇ ਫਖਰ ਹੈ। ਅੱਛਾ ਅਮਰ ਭਾਈ, ਤੁਸੀਂ ਯਕੀਨ ਮੰਨੋਗੇ ਕਿ ਚਲੋ 2 ਜੁਮਲੇ ਆਮਰ ਭਾਈ ਉਹਨੂੰ ਵੀ ਕਹਿ ਦੋ, ਸ਼ਗੀਰ ਦਾ ਆਪਣੇ ਨੂੰ ਇੱਕ ਗੱਲ ਯਾਦ ਰੱਖੀ, ਗੱਲ ਸ਼ਗੀਰ ਦਾ। ਉਸਤਾਦ ਬੜਾ ਤੇਰਾ ਪ੍ਰਾਊਡ ਤੇਰੇ ਤੇ। ਉਸਤਾਦ ਤੇਰਾ ਬੜਾ ਹੈ ਪ੍ਰਾਊਡ ਤੇਰੇ ਤੇ। ਐਵੇਂ ਅਸਲ ਦੇ ਵਿੱਚ ਇਹ ਗਾਣਾ ਉਹਨੂੰ ਹੀ ਸੁਣਾ ਰਹੇ ਆ, ਇਹ ਗਾਣਾ ਸ਼ਾਗਿਰਦ ਨੂੰ ਹੀ ਸੁਣਾ ਰਹੇ ਆ ਕਿ ਬੋਲਦੇ ਨੇ ਸਾਲੇ ਐਵੇਂ ਲਾਊਡ ਤੇਰੇ ਤੇ, ਲਾਊਡ ਤੇਰੇ ਤੇ। ਨਾਲੇ ਉਹਨਾਂ ਕਹਿੰਦਾ ਨਾਲੇ ਐਵੇਂ ਪ੍ਰਾਹੁਣੇ ਨੂੰ ਨਿੰਦਦੇ ਨੇ ਯਾਨੀ ਉਹਦੀ ਮਜ਼ੰਮਤ ਕਰਦੇ ਨੇ। ਪ੍ਰਾਹੁਣਾ ਕਹਿੰਦੇ ਨੇ ਬੈਨੋਈ ਨੂੰ ਕਹਿੰਦਾ ਕਿ ਨਾਲੇ ਸਵੇਰੇ ਸ਼ਾਮ ਪ੍ਰਾਹੁਣੇ ਨੂੰ ਨਿੰਦਦੇ ਨੇ, ਆਪਣੇ ਬੈਨੋਈ ਨੂੰ ਨਿੰਦਦੇ ਰਹਿੰਦੇ ਨੇ। ਤੇ ਨਾਲ ਗੀਤ ਨੇ ਇਹਨਾਂ ਨੂੰ ਯਾਦ, ਕਹਿੰਦਾ ਕੱਲਾ ਕੱਲਾ ਗੀਤ ਮੇਰਾ ਇਹਨਾਂ ਨੇ ਯਾਦ ਕੀਤੇ ਹੈ ਤੇ ਨਾਲੇ ਮਜ਼ੰਮਤ ਕਰਦੇ ਨੇ, ਨਾਲੇ ਮੇਰਾ ਹਰ ਵੇਲੇ ਨਿੰਦਦੇ ਰਹਿੰਦੇ ਨੇ ਮੈਨੂੰ। ਬਹੁਤ ਹੀ ਜ਼ਬਰਦਸਤ ਬੋਲ ਉਹਨੇ ਲਿਖਿਆ। ਅਮਰ ਭਾਈ ਮੈਂ ਇਹਨੂੰ ਲਾਈਵ ਵੇਖਿਆ ਜੀ, ਔਰ ਇੰਝ ਵੇਖਿਆ ਕਿ ਜਿਵੇਂ ਮਤਲਬ ਇੱਕ 5-10 ਫੁੱਟ ਦੀ ਦੂਰੀ ਤੋਂ। ਲੇਕਿਨ ਪਤਾ ਕੀ ਉਹ ਰਾਣਾ ਰਾਸ਼ਦ ਸਾਹਿਬ ਤੁਹਾਨੂੰ ਦੇਣਾ ਮੈਂ ਜਵਾਬ, ਨਜਫ ਦੀ ਗੱਲ ਮੁੱਕ ਲੈਂਦੇ ਜੀ। ਨਜਫ ਉਸ ਟਾਈਮ ਨਾ ਮੈਨੂੰ ਕ੍ਰਿਟੀਸਾਈਜ਼ ਕਰਦੇ ਸਨ ਮੇਰੇ ਆਪਣੇ ਹੀ ਨਾ, ਕਹਿੰਦੇ ਇਹ ਜਿਹੜੇ ਯਾਰ ਦੋਸਤ ਨੇ। ਮੈਂ ਤਾਂ ਗਾਣੇ ਲਾ ਕੇ ਗਾਣਾ ਸੁਣਦਾ, ਇਹਦਾ ਨਵਾਂ ਗਾਣਾ ਆਇਆ ਸੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਤੇ ਉਹ ਗਾਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ। ਮੈਂ ਅਬੂ ਧਾਬੀ ਜਾਂਦਾ ਹੁੰਦਾ ਸੀ ਤੇ ਮੈਂ ਨਾ ਤਸਵੀਰ ਉਹਦਾ ਚੱਕਦਿਆਂ ਇਸ ਮਾਰੇ ਉਹਨੇ ਖਿਚਵਾਈ ਕਿ ਯਾਰ ਮੈਨੂੰ ਘਰੋਂ ਮੈਂ ਯਾਨੀ ਜੇਕਰ ਮੈਂ ਰੂਮ 'ਚ ਜਾਵਾਂਗਾ ਤਾਂ ਮੈਨੂੰ ਕ੍ਰਿਟੀਸਾਈਜ਼ ਕਰਨ ਦੇ, ਮਜ਼ਾਕ ਕਰਨ ਦੇ, ਤੇ ਮੈਂ ਉਹ ਤਸਵੀਰ ਉਹਦੇ ਨਾਲ ਨਾ ਖਿਚਵਾਈ। ਉਹ ਬਾਅਦ 'ਚੋਂ ਫਿਰ ਜੋ ਉਹਦਾ ਬਣਿਆ। ਉਹ ਚਲੋ ਸ਼ੁਭ ਬੰਦਿਆਂ ਨੂੰ ਛੱਡੋ, ਸ਼ੋਧਿਆਂ ਤੇ ਆ ਜਾਓ। ਚਲੋ ਜੀ। ਰਾਣਾ ਸਾਹਿਬ ਕਹਿੰਦੇ ਨੇ ਅਲਾਮਾ ਇਮਰਾਨ ਕਾਲੂ ਸਾਹਿਬ ਕੇ ਅਲਾਮਾ ਇਮਰਾਨ ਕਾਲੂ ਸਾਹਿਬ ਨੂੰ ਲਫ਼ਜ਼ ਮੁੱਤਬੇ ਪੜ੍ਹਨ ਨਹੀਂ ਆਇਆ ਨਾ, ਤੇ ਖੈਰ ਤੁਹਾਨੂੰ ਵੀ ਨਹੀਂ ਆਉਂਦਾ, ਕੌਮ ਸਾਰੀ ਨੂੰ ਨਹੀਂ ਆਉਂਦਾ, ਤੇ ਲਾਮਾ ਨੂੰ ਵੀ ਨਹੀਂ ਆਉਂਦਾ। ਜਿਹੋ ਜਿਹਾ ਲਾਮਾ ਤੇ ਇਹੋ ਜਿਹੀ ਕੌਮ। ਅੱਛਾ ਜੀ, ਉਹ ਜਵਾਬ ਜਨਾਬ ਦਿੰਦੇ ਆ ਇਨਸ਼ਾਅੱਲਾ। ਅੱਜ ਹੁਸੈਨ ਸਾਹਿਬ ਦੀ ਬਰਾੜ ਖੋਲ੍ਹ ਲੈਣ ਦਿਓ, ਤੇ ਜਿਉਂ ਹੀ ਬਰਾੜ ਓਪਨ ਹੁੰਦੀ ਹੈ ਤੇ ਇਨਸ਼ਾਅੱਲਾ ਆ ਜਾਂਦੇ ਆ। ਜੇ ਉੱਥੇ ਕੋਈ ਜ਼ਨਾਨੀ ਨਮਾ ਖੁਸਰਾ ਨਾ ਆ ਗਿਆ ਤੇ ਆ ਕੇ ਕਰਨੀ ਗੱਲ, ਇਨਸ਼ਾਅੱਲਾ ਦਿੰਦੇ ਜਵਾਬ। ਮੈਂ ਤਾਂ ਕਿਹਾ ਸੀ ਅੱਗੇ ਅਬੂ ਬਕਰ ਭਾਈ ਨੂੰ ਕਿ ਉਹ ਲਿੰਕ ਸੈਂਡ ਕਰ ਦਿਓ। ਮੈਂ ਰਿਕਾਰਡਿੰਗ ਰਾਤੀ ਸਾਰੀ ਸੁਣੀ ਨਹੀਂ ਤੇ ਮੈਂ ਸੋ ਗਿਆ ਸੀ, ਤੇ ਉਹ ਰਿਕਾਰਡਿੰਗ ਮੈਨੂੰ ਸੈਂਡ ਕਰ ਦਿਓ। ਕਿੰਨੀ ਕੁ ਦੇਰ ਦੀ ਰਿਕਾਰਡਿੰਗ ਹੈ? ਮੈਂ ਉਨੀ ਦੇਰ ਗੱਲ ਕਰਨੀ ਜਿੰਨੀ ਦੇਰ ਦੀ ਰਿਕਾਰਡਿੰਗ ਹੈ। ਉਹ ਤਾਂ ਘੰਟੇ ਕੁ ਦੀ ਹੈ, 2 ਰਿਕਾਰਡਿੰਗਾਂ ਹੋ ਗਈਆਂ, ਇੱਕ ਪਰਸੋਂ ਵਾਲੀ ਤੇ ਕੱਲ੍ਹ ਵਾਲੀ, ਤੇ ਘੰਟਾ ਸੁਣ ਲੈਣ ਦੇ। ਅੱਛਾ, ਇਹਨਾਂ ਦੇ ਅਲਾਮੇ ਨੇ ਕੱਲ ਜਿਹੜੀ ਬਗੈਰਤੀ ਕੀਤੀ ਆਮਰ ਭਾਈ ਦੱਸੋ ਕਿ ਉਹ ਖੁਦ ਮੰਨਿਆ ਕਿ ਮੈਂ ਖੁਦ ਨਹੀਂ ਪੜਿਆ? ਨਾ ਕਰੋ ਗੁੱਜਰ ਸਾਹਿਬ, ਨਾ ਕਰੋ ਪਲੀਜ਼ ਨਾ ਕਰੋ। ਇੱਕ ਮਿੰਟ ਬੜਾ ਘੁੱਟ ਕੇ ਬੈਠੇ ਜੇ ਨਾ ਭਾਈ। ਅਮਰ ਭਾਈ WhatsApp ਚੈੱਕ ਕਰ ਲਿਆ ਜੀ, WhatsApp। ਅਸੀਂ ਸਵੇਰ ਦਾ ਗੁੱਜਰ ਸਾਹਿਬ ਬੜਾ ਘੁੱਟ ਕੇ ਬੈਠੇ ਜੇ। ਐਡੇ ਨਾ ਕੀ ਨਾਮ ਹੈ ਭਾਈ, ਐਡੇ ਸੈਂਸਿਟਿਵ ਨਾ ਆਇਆ ਕਰੋ। ਸਵੇਰ ਦੀ ਬਕਵਾਸ ਕਰਦੇ ਪਏ ਤੇ ਅਸੀਂ ਕਿਹੜੀ ਗਲਤ ਗੱਲ ਕਰਦੇ ਪਏ ਆ ਯਾਰ? ਉਹਨਾਂ ਨੇ ਅੱਜ ਰਾਤੀ ਕੱਲ ਗਿਲੇ ਨਾਲ ਇੱਥੇ ਤਾਂ ਗੱਲ ਕਰੇ। ਮੈਂ ਤੁਹਾਨੂੰ ਪਿਆ ਇੰਨਾ ਯਕੀਨ ਕਰ ਲੋ, ਕੋਈ ਵੀ ਯਾਰ ਉਹ ਤੇ ਸਾਨੂੰ ਅਮਰ ਭਾਈ ਤੇ ਉਮੀਦ ਹੈ ਨਾ, ਲੇਕਿਨ ਮੈਂ ਤੇ ਵੈਸੇ ਗੱਲ ਕਰ ਰਿਹਾ ਪਿਆ ਕੱਲ ਉਹਨੇ ਬੇਈਮਾਨੀ ਕਿੱਦਾਂ ਕੀਤੀ, ਇੱਕ ਲਾਈਨ ਛੱਡ ਗਿਆ ਵਿੱਚੋਂ। ਹਰ ਚੀਜ਼ ਸਾਹਮਣੇ ਆਏਗੀ। ਅੱਜ ਚੀਕਾਂ ਨਾ ਇਹਨਾਂ ਦੀਆਂ ਸਮਾਨ ਤੇ ਹੋਣ ਦੀ ਇਹਨਾਂ ਦਾ। ਕੱਲ ਆਖਦਾ ਤਾਂ ਪਿਆ, ਪਤਾ ਕੀ ਸੈਂਸਿਟਿਵਿਟੀ ਨਹੀਂ ਹੈ। ਵਕਤ ਤੋਂ ਪਹਿਲਾਂ ਕੋਈ ਵੀ ਗੱਲ ਨਾ ਕਰੋ, ਵਕਤ ਆਉਣ ਦਿਓ। ਮੈਨੂੰ ਯਕੀਨ ਕਰੋ ਕਿ ਮੈਨੂੰ ਆਮਰ ਭਾਈ ਤੇ ਆਪਣੇ ਨਾਲੋਂ ਜ਼ਿਆਦਾ ਯਕੀਨ ਹੈ। ਅੱਜ ਜਿਹੜਾ ਚੀਜ਼ ਹੋਏਗੀ, ਇਹ ਜੇ ਕੱਲ ਦਾ ਦਿਨ ਤੇ ਪਰਸੋਂ ਦਾ ਦਿਨ ਇਹਨਾਂ ਦੀਆਂ ਚੀਕਾਂ ਤੇ ਕੱਲ੍ਹ ਉਹਦੇ ਨਾਲ ਜੋ ਕੁਛ ਹੋਏਗਾ ਨਾ, ਉਹ ਤੁਸੀਂ ਵੇਖ ਲੈਣਾ। ਮੈਂ ਸਿਰਫ ਤੁਹਾਡੇ ਨਾਲ ਇਹ ਗੁਜ਼ਾਰਿਸ਼ ਕਰ ਰਿਹਾ। ਅਸੀਂ ਬੜਾ ਘੁੱਟ ਕੇ ਬੈਠੇ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਬੜਾ ਘੁੱਟ ਕੇ ਬੈਠਾ ਆਪਣੇ ਆਪ।
ਇੱਕ ਹੋਰ ਆ ਗਿਆ अस्सलामुअलैकुम। ਵਾਲੇਕੁਮ ਸਲਾਮ। ਇੱਕ ਹੋਰ ਆ ਗਿਆ ਦੂਜੇ ਕਿਸੇ ਦੇ ਹੱਥ ਦਾ ਫੋਟੋ ਲਾ ਕੇ ਤੇ ਪਤਾ ਨਹੀਂ ਕਿਸ ਦੀ ਘੜੀ ਚੁੱਕੀ ਮੈਂ ਪਿਆਨਾ ਨਜਫ ਸਾਹਿਬ ਜਿਹੜੇ ਆ ਨਾ ਇਸ ਵਕਤ ਦੇ ਉਮਤ ਦੇ ਚਿਹਰਾ ਮੋਹਰਾ ਨੇ ਤੇ ਇਹਨਾਂ ਦੀ ਗੱਲ ਨਾ ਮੋੜਿਆ ਕਰੋ। ਤਾਂ ਮੈਂ ਬਿਸਮਿਲ੍ਲਾ ਕਰਾਂ, ਤੁਸੀਂ ਵੀ ਤਾਰੀਫ ਕਰ ਸਕਦੇ ਹੋ, ਵਿੱਚ ਕੋਈ ਨਾ ਕੋਈ ਹੋਣੀ ਏ। ਅੰਦਰ ਵਾਲੀ ਕੱਢੋ ਗੱਲ ਜਿਹੜੀ ਅੰਦਰ ਜੇ, ਇਹ ਤਾਂ ਪਹਿਲੀ ਤਾਰੀਫ ਹੋ ਗਈ ਹੈ ਨਾ। ਰਾਣਾ ਸਾਹਿਬ ਪਿਆਂਦੇ ਨੇ ਥੱਲੇ ਵੀ ਅਮਰ ਬੰਦੇ ਖਾਂਦਾ, ਅਮਰ ਬੰਦੇ ਨਹੀਂ ਖਾਂਦਾ। ਅਮਰ ਭਾਈ ਜਿਹੜੇ ਨੇ ਉਹ ਮਰਦਈ ਧਰੇੜਦੇ ਨੇ। तुम प्ले कर दे तो टेंशन दे बुक मैं थोड़ी देर बात सुन सकती हूँ। अभी दवाई लेती हूँ, लिए दवाई लेकिन और लेके ना नहीं 2-3 मिनट की वो मेन है, वो आप सुन लें, जिसमें उन्होंने क्लियरली जो है ना वो अपने जो ना अल्फाज और उनसे उन्होंने कहा है कि अगर आपका टॉपिक डाइवर्ट नहीं होता तो सुना दो। नहीं कोई मसला नहीं, कोई मसला नहीं है, क्योंकि ये एक बात है, क्योंकि डायरेक्ट आप जो ना उसमें थी, इसीलिए वो टॉपिक अगर कोई भी हो तो आप तक वो बात एज इट इज़ पहुंचनी जरूरी है। जज़ाकल्लाह जी, मुझे 1 मिनट दे दें। अच्छा तो उन लोग मुझे भी बैठे हुए हैं, ये नाम है इनका। अस्सलाम वालेकुम रहमतुल्लाह। जी अस्सलाम वालेकुम रहमतुल्लाह। सिस्टर कैसी हैं? ठीक है, अल्लाह का शुक्र है, ठीक ठाक। कमला भाई ठीक है। अच्छा ये मैं प्ले करता हूँ, ये आप सुने। आवाज नहीं आ रही मुझे। हाँ जी मैं अभी आवाज करूँ। उनका भी तो बरनाल वगैरह पट्टी शट्टी करनी है कि नहीं करनी? लगनी है। मैम यह सब मुझे अगर 1 मिनट दे देंगे ना तो मैं इस चीज़ को खत्म कर दूँ। देखिए सबसे पहले ये बात ये है कि अगर सफिया साहिबा, मैं डायरेक्ट नाम लेके कहता हूँ, अगर सफिया साहिबा ये समझती हैं कि जवाब ने उनकी ज़ात पे बात की है तो मैं माफ़ी चाहता हूँ, मैं हाथ जोड़ के माफ़ी मांगता हूँ। तो जी ਲੋ ਜੀ ਮੈਂ ਰਾਤ ਦਾ ਰੌਲਾ ਪਾਇਆ ਕਿ ਮਾਫੀ ਹੋ ਗਈ ਏ ਨੇ ਗੱਲਾਂ ਤੇਰੇ ਯਾਰ ਦੀਆਂ। ਲਾਮਾ ਸਾਹਿਬ ਇੱਕ ਵਾਰੀ ਫਿਰ ਤੁਹਾਨੂੰ ਸਲਾਮ ਹੈ, ਤੁਹਾਡੀ ਉਸਤਾਦੀ ਨੂੰ ਵੀ, ਤੁਹਾਡੀ ਸ਼ਾਗਿਰਦ ਨੂੰ ਵੀ। ਲੋ ਜੀ ਐ ਲੋ ਰਾਜਾ ਸਾਹਿਬ, ਲੈ ਲੋ ਨੋਟ ਲੈ ਲੋ। ਰਾਜਾ ਸਾਹਿਬ ਇਹ ਦੁੱਧ ਦੇ, ਰਾਜਾ ਸਾਹਿਬ ਇਹ ਦੁੱਧ ਦੇ ਤੁਸੀਂ ਮੇਂਗਣਾ ਨਹੀਂ ਨਾ ਵੇਖੀਆਂ ਹੁਣ, ਦੁੱਧ ਦੇ ਵਿੱਚ ਜਿਹੜੀਆਂ ਮੇਂਗਣਾ ਪਈਆਂ ਨੇ। ਨਹੀਂ ਅਸੀਂ ਤਾਂ ਦੁੱਧ ਖਾਣਾ ਸੀ, ਦਿਖਾ ਦਿੱਤਾ। ਇਹ ਤੇ ਦੁੱਧ ਦੇ ਨਾ ਨਹੀਂ ਲਾਮਾ ਸਾਹਿਬ ਇੱਥੇ ਤੇ ਗੱਲ ਹੀ ਪੁੱਠੀ ਪੈ ਗਈ ਏ, ਇੱਥੇ ਤੇ ਰੋਲਾ ਹੀ ਹੁਣ ਅਮਰ ਭਾਈ ਲੈ ਕੇ ਜਾਏਗਾ। ਇਹ ਜੇ ਉਹ ਗੱਲ ਹੋ ਗਈ ਨੂਨ ਲਈ ਗੱਲ ਹੀ ਕਿ ਵਕਤ ਤੋਂ ਪਹਿਲੇ ਮਠਾਈਆਂ ਤਕਸੀਮ ਤੇ ਰਾਜਾ ਸਾਹਿਬ ਉਹ ਕੰਮ ਕਰਨ ਰਹੇ ਜੇ। ਨਹੀਂ ਇਹ ਮੈਂ ਤੇ ਕਹਿੰਦਾ ਸਿਰਫ ਇਹਨਾਂ ਜਿਹੜਾ ਜੁਮਲਾ ਨਾ, ਬਾਕੀ ਗੱਲ ਤਾਂ ਉਹ ਤਾਂ ਸਾਡਾ ਕੇਸ ਹੈ ਨਾ। ਬਾਕੀ ਵਾਲੀ ਜਿਹੜੀ ਇਸ ਤੋਂ ਬਾਅਦ ਵਾਲੀ ਗੱਲ ਹੈ ਉਹ ਤਾਂ ਸਾਡਾ ਕੇਸ ਹੈ, ਅਸੀਂ ਇਨਸ਼ਾਅੱਲਾ ਉਹਨੂੰ ਕਰਾਂਗੇ, ਉਹਨੂੰ ਰਿਪਰੈਜ਼ੈਂਟ ਕਰਾਂਗੇ। ਲੇਕਿਨ ਇਹ ਜਿਹੜਾ ਹੁਣ ਨਵਾਂ ਕੇਸ ਪਿਛਲੀ ਨਾਲੋਂ ਕਹਿੰਦੇ ਨਾ ਅਗਲੀ ਵੱਧ ਜਾਣਾ, ਇਹ ਜਿਹੜੀ ਹੁਣ ਵਧੀ ਹੈ ਨਾ, ਸ਼ਾਗਿਰਦ ਨੇ ਜਾ ਕੇ ਉੱਥੇ ਬਿਆਨ ਦਿੱਤਾ, ਉਹਨੇ ਕਿਹਾ ਕਿ ਇਹ ਤੁਸੀਂ ਸਾਡੇ ਲੇਟ ਗਏ ਹੋ, आप लोग सारे लिफ्ट के बात कर रहे हैं, आप लोग लेट गए हैं। ਇਹ ਜਿਹੜੀ ਗੱਲ ਹੈ ਨਾ, ਇਹ ਤੇ ਮੂੰਹ ਦੇ ਉੱਤੇ ਚਪੇੜੇ, ਜਿਹਨੇ ਇਹ ਕਿਹਾ ਕੋਈ ਮਾਫੀ ਨਹੀਂ ਮੰਗੀ, ਉਹਨੇ ਕੋਈ ਮਾਫੀ ਮੰਗੀ ਨਹੀਂ। ਇਹ ਦਾੜੀ ਨਾਲ ਮੁੱਛਾਂ ਲੰਮੀਆਂ ਹੋ ਗਈਆਂ ਨੇ। ਇਹ ਕੰਮ ਹੋ ਰਿਹਾ ਇਹ ਤੇ ਹੁਣ, ਕਿਉਂਕਿ ਉਹਨੂੰ ਇਹ ਘੰਟਾ ਫਿਰ ਕੋਈ ਕੰਮ ਪੈ ਗਿਆ, ਉਹ ਆਪਣੀ ਬਰਾਡ ਵੀ ਲਾ ਸਕਦਾ ਹੈ। ਸੁਣ ਲਓ ਅਟਵਾਲ ਸਾਹਿਬ, ਰਿਕਾਰਡ ਕਰ ਲਓ। ਅਟਵਾਲ ਸਾਹਿਬ ਮੌਜੂਦ ਹੋ ਤੇ ਰਿਕਾਰਡ ਕਰ ਲਓ, ਮੈਂ प्ले ਕਰਨ लगा जी, रिकॉर्डिंग ऑन कर लो। मुझे अगर 1 मिनट दे देंगे ना तो मैं इस चीज़ को खत्म कर दूँ। देखिए सबसे पहले ये बात ये है कि अगर सफिया साहिबा, मैं डायरेक्ट नाम लेके कहता हूँ, अगर सफिया साहिबा ये समझती हैं कि जवाब ने उनकी ज़ात पे बात की है तो मैं माफ़ी चाहता हूँ, मैं हाथ जोड़ के माफ़ी मांगता हूँ। और तेरी धौन चो सरिया निकलिया कि नहीं? ये और फिर मैं शागिर्द अपने नू ਐਡਾ ਛੇਤੀ ਸਰੀਆ ਨਿਕਲਿਆ। ये धौन च सरिया आंदा, साडी धौन च सरिया ये कायम है। अही नहीं माफी मंगी, अही नहीं माफी मांगदे सैनी अंकल, अही नहीं माफी मांगदे किसी को।
ਹੱਥ ਜੋੜ ਕੇ ਮਾਫੀ ਮੰਗੀ ਏ। ਹੱਥ ਜੋੜ ਕੇ ਮਾਫੀਆਂ ਮੈਂ ਮੰਗਦਾ। ਸਾਕੀ ਭਾਈ ਨੂੰ ਗੱਲ ਦਾ ਪਤਾ ਕੋਈ ਨਹੀਂ, ਅਦਰ ਰਿਵੀਜ਼ਨ ਕੀਤੀ ਜਾਏ ਪਲੀਜ਼। ਕਰੋ ਸੁਣਾਓ ਗੱਲ। ਮੈਂ 112 ਤੁਸੀਂ ਸਾਰੀ ਕਰ ਜੋ भी ਉਹਨੇ ਅੱਜ ਕੀਤਾ है ਉਹਨੂੰ शाबाश है। ਜਿਹੜੀ अमर भाई वहाँ से एक अभी जो है ना वो गैर मुसद्दका खबर ये आई है कि उन्होंने ये कहा है कि जी हाथ जोड़ के माफ़ी मांगने की बात की है, पाँव पकड़ने की बात नहीं की, लिहाजा हम इस माफ़ी को नहीं मानते। ऐसे दस्तूर को सुबह बेनूर को मैं नहीं मानता, मैं नहीं जानता। माफी तो होनी चाहिए ਜਿਹੜੀ ਪੈਰੀ ਪੈ ਕੇ ਮੰਗੀ ਹੈ। ਇਹ ਕੋਈ ਮਾਫੀ ਹੈ? ਅੱਛਾ ਮੇਰੀ ਗੱਲ ਸੁਣੋ, ਮੈਂ ਅੱਗੇ ਵੀ ਅਰਜ਼ ਕੀਤੀ ਸੀ, ਮੈਂ ਹੁਣ ਖੁੱਲੇ ਲਫ਼ਜ਼ਾਂ 'ਚ ਕਹਿ ਦਿੰਦਾ ਵਾਂ ਨਜਬ ਭਾਈ, ਨਾਮ ਕਿਸੇ ਦਾ ਨਾ ਲਵੋ ਯਾਰ, ਭਾਵੇਂ ਗਿਣਤੀ ਹੈ ਭਾਵੇਂ ਨਾਮ ਹੈ, ਕਿਸੇ ਦਾ ਨਾਮ ਕਿਉਂ ਲੈ ਰਹੇ ਹੋ? ਸਿਰਫ ਔਰ ਸਿਰਫ ਉਸਤਾਦ ਤੇ ਸ਼ਾਗਿਰਦ ਦੀ ਗੱਲ ਹੈ, ਇਸ ਤੋਂ ਇਲਾਵਾ ਨਾਮ ਨਾ ਲਵੋ ਪਲੀਜ਼। ਮੈਂ ਤੁਹਾਨੂੰ ਫਿਰ ਰਿਕੁਐਸਟ ਕਰ ਰਿਹਾ, ਤੁਸੀਂ ਪਹਿਲੇ ਵੀ ਨਾਮ ਲਿਆ, ਨਾਮ ਨਾ ਲੈ ਕੇ ਗੱਲ ਕਰੋ ਕਿਸੇ ਦਾ ਵੀ। ਓਕੇ ਸਰ ਸੌਰੀ ਯਾਰ, ਕਿਸੇ ਚੀਜ਼ ਨੂੰ ਸਮਝਿਆ ਵੀ ਕਰੋ। ਅੱਛਾ ਅਮਰ ਭਾਈ ਇੱਕ ਗੱਲ ਤੇ ਹੋ ਗਈ ਆ ਕਿ ਨਾ ਬਸਰੇ ਨੂੰ ਸੁਣ ਕੇ ਇੰਨਾ ਲੱਗਦਾ ਕਿ ਕਿਤੇ ਕੋਈ ਬਾਹਰ ਬੈਠਿਆ ਬੁੱਠਿਆ ਕੋਈ ਬੰਦਿਆਂ 'ਚ ਬੈਠਣ ਵਾਲਾ ਬੰਦਾ। ਬਾਕੀ ਤੇ ਇਹਨਾਂ ਨੂੰ ਗੱਲ ਕਰਨੀ ਵੀ ਨਹੀਂ ਆਉਂਦੀ। ਇਮਰਾਨ ਖਾਨ ਨੂੰ ਵੇਖ ਲਓ, ਇਹਨਾਂ ਨੂੰ ਗੱਲ ਕਰਨੀ ਨਹੀਂ ਆਉਂਦੀ, ਉਹਨੂੰ ਗੱਲ ਬਣਾਉਣੀ ਵੀ ਆਉਂਦੀ ਤੇ ਗੱਲ ਸੁਣਾਉਣੀ ਵੀ ਆਉਂਦੀ। ਬਸਰਾ ਮੈਂ ਤੁਹਾਨੂੰ ਦੱਸਾਂ, ਚੰਗੇ ਬਾਪ ਦਾ ਬੇਟਾ ਹੈ, ਇਹਦਾ ਬਾਪ ਇਹਦਾ ਚਾਚਾ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਲੁਧਿਆਣੀ ਵੀ ਸੁਣੋ। ਇਹ ਢਵਾਲ ਵਾਸਤੇ ਸੀ ਜੀ। ਅਮਰ ਭਾਈ ਤੁਸੀਂ ਗੱਲ ਕਰਨ ਲੱਗੇ ਸੀਗੇ, ਉਹਦੇ ਬਾਰੇ ਦੱਸੋ। ਇਹ ਤੇ ਉਹ ਗਾਣੇ ਨੇ ਨਾ ਜਿਨ੍ਹਾਂ ਦਾ ਸਿੱਧੂ ਆਂਦਾ ਹੈ ਵੀ ਜਿਹੜੇ ਰੰਨਾਂ ਦੇ ਸੀ ਲੱਕ ਮਿਣਦੇ ਅਸਲੇ ਤੇ ਗਾਣ ਲਾਤੇ ਨਹੀਂ, ਮੈਂ ਅਸਲੇ ਤੇ ਗਾਉਣ ਲਾਤੇ ਨਹੀਂ। ਇਹ ਜਿਹੜੇ ਲੱਕ ਮਾਰ ਕੇ ਟੁਰਦਾ ਮੇਰਾ ਮਾਈਆ, ਇਹ ਇਹਨਾਂ ਸਾਰਿਆਂ ਨੂੰ ਤੇ ਉਹਨੇ ਅਸਲੇ ਤੇ ਲਾਤਾ ਸੀ। ਤੇ ਫੁੱਦੂਓ ਰੰਨਾਂ ਦੇ ਲੱਕ ਮਿਣਨ ਲੱਗੇ ਹੋ ਬੇਸ਼ਰਮੋ, ਰੰਨਾਂ ਲੱਕ ਮਾਰ ਕੇ ਟੁਰਦੀਆਂ ਬਾਹਰ। ਹੋਰ ਕਰੋ। ਗੱਲ ਇਹ ਹੈ ਉਹ ਜਿਹੜੀ ਮਾਫੀ ਹੈ ਉਹ ਹੈ ਵੀ ਇਹ ਤੇ ਨਹੀਂ। ਵੈਸੇ ਮਿਰਜ਼ਾ ਸਾਹਿਬ ਦੀ ਕੌਮ ਨੇ ਮਿਰਜ਼ਾ ਸਾਹਿਬ ਦਾ ਰਿਕਾਰਡ ਬਰਕਰਾਰ ਰੱਖਿਆ। अमर भाई सवाल नंबर 6 ही है, माफी है, इस तौर से माफी है। सवाल नंबर 6 ही है। माफी है भी है कि नहीं है? मैं आगे नहीं कहने गया तो मैं भी पे सोचना है भी जेडी माफी दी गल करदे पे ना ਇਹ ਉਹ ਹਕੀਕਤ ਲਵਈ ਦਾ ਸਵਾਲ ਨੰਬਰ 6 ही बनता है, और तो गल बनती कोई नहीं। हाँ, अगर इस तौर से है तो मैं माफी मांगता हूँ, अगर उस तौर से है तो मैं इनकार करता हूँ। माफी है भी और माफी नहीं भी। इस तौर से माफी है और उस तौर से माफी नहीं है। अगर आप ये ख्याल करते हैं कि मैंने जुर्म किया है तो मैं माफी मांगता हूँ, लेकिन पहले ये भी तो समझो कि माफी है क्या चीज। अगर ये ख्याल करो कि माफी इसका नाम है तो मैं माफी मांगता हूँ, लेकिन अगर ये देखो कि माफी जो मैंने मांगनी है तो वो मैं नहीं मांगता। हेलो जी ਅਮਰ ਭਾਈ ਤੁਸੀਂ ਨਾ ਬਹੁਤ ਜ਼ਿਆਦਾ ਇਰਤੇ ਨਾ ਕਰ ਰਹੇ ਹੋ ਤੇ ਲੇਕਿਨ ਅਗਰ ਉਹ ਜਵਾਦ ਆਪਣੇ ਅਹਿਮਦੀ ਭਾਈਆਂ ਦੀ ਗੁੱਸੇ ਦੀ ਵਜ੍ਹਾ ਤੋਂ ਅੱਗੋਂ ਇਹ ਕਹਿ ਦੇ ਕਿ ਇਹਦੇ ਵਿੱਚ ਜਿਹੜੇ ਮਾਫੀ ਵਾਲੇ ਲਫ਼ਜ਼ ਨੇ ਉਹ ਕਾਟੇ ਹੋਏ ਸਮਝੇ ਜਾਵੇਂ ਤਾਂ ਫਿਰ ਕੀ ਕਰੋਗੇ ਤੁਸੀਂ? हाँ, यही हूँ एक रस्ता है कि माफी वाले अल्फाज काटे हुए ख्याल कर लें, ऐलान करना पैना है। नहीं तो आंदा ना मेरी धौन जी सरिया नहीं निकलिया, ਉਹਨੂੰ ਤੇ ਮੇਰੇ ਸ਼ਾਗਿਰਦ ਨੇ ਉਹਦੀਆਂ ਤੇ ਲੱਤਾਂ ਖਲੀਆਂ ਕਰ ਛੜੀਆਂ ਨੇ। ਆਮਰ ਭਾਈ ਲਫ਼ਜ਼ ਤੇ ਕੱਟਿਆ ਹੋਇਆ ਸਮਝਿਆ ਜਾ ਸਕਦਾ, ਹੱਥਾਂ ਨਾਲ ਕੀ ਕਰੋਗੇ? ਹੱਥਾਂ 'ਚ ਛੁਰੀ ਫੜਾ ਦਿਓ ਤੇ ਨਸ ਵੱਢ ਲਓ। ਤੁਹਾਡੀ ਟੀਮ ਦਾ ਬੰਦਾ, ਇੱਕ ਮਿੰਟ ਨਜਰ ਭਾਈ, ਤੁਹਾਡੀ ਟੀਮ ਦਾ ਬੰਦਾ ਤੁਹਾਡੇ ਨਾਲ ਉੱਠਣ ਬੈਠਣਾ, ਤੁਹਾਡੀ ਡੀਟੀ ਲਾਈ ਉਹਨੇ ਤੇ 6 ਬੰਦਿਆਂ ਨੇ ਕਹਿਤਾ ਕਿ ਅਮਰ ਭਾਈ ਤੇ ਲਾਨਤ ਪਾਉਣੇਗਾ ਨਹੀਂ ਪਾਉਂਦਾ। ਡੁੱਬ ਕੇ ਮਰਨ ਦਾ ਮਕਾਮ ਨਹੀਂ ਅਮਰ ਭਾਈ। ਬੱਬਰ ਸ਼ੇਰ ਹੈ, ਬੱਬਰ ਸ਼ੇਰ। ਤੇ 7 ਇੱਕ ਵਾਰੀ ਵੀ ਨਹੀਂ 7 ਵਾਰੀ ਕਿਹਾ ਉਹਨਾਂ ਨੇ ਕਿ ਲਾਨਤ ਪਾਉਣਗੇ ਨਹੀਂ ਪਾਉਣੀ।
ਇਹ ਉਹ ਹੀ ਨੇ ਨਾ ਜਿਨ੍ਹਾਂ ਦੇ ਬਾਰੇ ਉਹਨੇ ਆਖਿਆ ਵੀ ਬੋਲਦੇ ਨੇ ਸਾਲੇ ਐਵੇਂ ਲਾਊਡ ਤੇਰੇ ਤੇ। ਜਿਹੜੀ ਹੈ ਨਾ ਕਰਾਊਡ, ਇਹ ਤੇਰੇ ਤੇ ਨਜਾਇਜ਼ ਕਰਾਊਡ ਬੋਲਦੀ ਏ ਤੇ ਤੇਰੇ ਤੇ ਲਾਊਡ ਬੋਲਦੀ ਏ। ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ, ਉਸਤਾਦ ਤੇਰਾ ਬੜਾ ਹੈ ਪ੍ਰਾਊਡ ਤੇਰੇ ਤੇ। ਤੂੰ ਇਹਨਾਂ ਸਾਰਿਆਂ ਨੂੰ ਫੜ ਕੇ ਲੰਮਿਆਂ ਪਾ ਦਿੱਤਾ ਸਾਰਿਆਂ ਨੂੰ। ਲਾਨਤ ਪਾਓ, ਲਾਨਤ ਪਾਓ। ਨੇ ਆਖਿਆ ਮੈਂ ਤੁਹਾਡੇ ਤੇ ਲਾਨਤ ਪਾਣਾ। ਅਮਰ ਭਾਈ ਫਿਰ ਰਾਤ ਨੂੰ ਕੋਈ ਨਤੀਜੇ ਕੈਸੇ ਐਕਸਪੈਕਟ ਕਰ ਰਹੇ ਹੋ ਮੀਆਂ ਸਾਹਿਬ ਤੋਂ? ਮੀਆਂ ਸਾਹਿਬ ਤੇ ਇਸ ਵਕਤ ਜਿਹੜੇ ਨੇ ਮੰਜੀ ਪੁੱਠੀ ਕਰਕੇ ਲੰਮੇ ਪਏ ਨੇ ਵੀ ਹੁਣ ਕੀ ਕਰੀਏ। ਮੈਂ ਕਿਹੜੇ ਪਾਸੇ ਜਾਵਾਂ ਤੇ ਮੈਂ ਮੰਜੀ ਕਿੱਥੇ ਡਾਵਾਂ। ਸੈਣੀ ਸਾਹਿਬ ਨਹੀਂ ਗਾਣਾ ਲਾਉਂਦੇ, ਮੈਂ ਕਿਹੜੇ ਪਾਸੇ ਜਾਵਾਂ ਤੇ ਮੈਂ ਮੰਜੀ ਕਿੱਥੇ ਡਾਵਾਂ। ਮੀਆਂ ਸਾਹਿਬ ਇਸ ਵਕਤ ਉਹ ਗਾਣਾ ਲਾ ਕੇ ਸੁਣ ਰਹੇ ਨੇ, ਮੈਂ ਕਿਹੜੇ ਪਾਸੇ ਜਾਵਾਂ ਤੇ ਮੰਜੀ ਕਿੱਥੇ ਡਾਵਾਂ। ਨਹੀਂ ਤੇ ਰਾਤੀ ਹੁਣ ਜੁੱਤੀਆਂ ਦੀ ਵਾਰੀ ਜਾਂ ਪਿਆਜ਼ ਦੀ ਵਾਰੀ ਹੈ, ਗੰਢਿਆਂ ਦੀ ਵਾਰੀ? ਹੁਣ ਵੇਖੋ ਗੰਢੇ ਤੇ ਖਾ ਲਏ ਨੇ, ਹੁਣ ਮੇਰੇ ਹਾਲੇ ਜੁੱਤੀਆਂ ਸ਼ੁਰੂ ਹੋਈਆਂ ਨੇ। ਜੁੱਤੀਆਂ ਸ਼ੁਰੂ ਹੋਈਆਂ ਨੇ। ਮੀਆਂ ਸਾਹਿਬ ਕੀ ਗੱਲ ਕਰਕੇ ਗਏ ਨੇ, ਉਹਨਾਂ ਕੀ ਕਰਨਾ? ਮੀਆਂ ਸਾਹਿਬ ਨੇ ਮਾਫੀ ਮੰਗਾਉਣ ਦੀ ਕੋਸ਼ਿਸ਼ ਕੀਤੀ ਏ ਜਵਾਦ ਕੋਲੋਂ। ਅੱਛਾ, ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ। ਮੀਆਂ ਸਾਹਿਬ ਨੇ ਰਾਤੀ ਬਰਾੜ ਲਾਈ ਸੀ ਤੇ ਤੁਸੀਂ ਹਰੇ ਨਹੀਂ ਸੁਣੀ ਸੀ। ਉਹਨਾਂ ਨੇ ਰਾਤੀ ਬਰਾੜ ਲਾ ਕੇ ਤੇ ਜਵਾਦ ਨੂੰ ਬੁਲਾ ਕੇ ਤੇ ਕਿਹਾ ਕਿ ਤੂੰ ਜ਼ਿਆਦਤੀ ਕੀਤੀ ਏ। ਲਫ਼ਜ਼ ਤੇ ਤੂੰ ਮਾੜੇ ਬੋਲੇ ਨੇ, ਇਹਦੇ 'ਚ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਬਿਹਤਰ ਇਹ ਵੇ ਕਿ ਮਾਫੀ ਮੰਗ ਲੈ, ਲਫ਼ਜ਼ ਵਾਪਸ ਲੈ ਲੈ। ਤੇ ਉਹ ਪਹਿਲੇ ਮੰਨਦਾ ਨਹੀਂ ਸੀ ਤੇ ਮੀਆਂ ਹੋਰਾਂ ਨੇ ਤੇ ਉਹਨੇ ਉਹ ਸ਼ਾਹਜ਼ੇਬ ਖਾਨਜ਼ਾਦਾ ਨੇ ਜਿਹੜਾ 2.5 ਫੁੱਟਾ ਅੰਕਰ ਹਾਂਜੀ, ਸਟੂਡੈਂਟ ਦੇ ਨਾਂ ਦਾ, ਉਹਨੇ ਦਵਾਂ ਨੇ ਮਜਬੂਰ ਕੀਤਾ ਤੇ ਫਿਰ ਜਵਾਦ ਨੇ ਕੋਈ ਮੇਂਗਣਾ ਮੁੰਗਣਾ ਪਾ ਕੇ ਟੱਪ ਟੁੱਪ ਕੇ ਤੇ ਥੋੜੀ ਜਿਹੀਆਂ ਧਾਰਾਂ ਦਿੱਤੀਆਂ ਨੇ। ਇਹ ਜਿਹੜੀਆਂ ਤੁਹਾਨੂੰ ਸੁਣਾਈਆਂ ਨੇ ਨਾ, 4 ਧਾਰਾਂ ਉਹਨੇ ਦਿੱਤੀਆਂ ਨੇ, ਲੇਕਿਨ ਮੇਂਗਣਾ ਪਾ ਕੇ। ਤੇ ਉਹਦੇ ਬਾਅਦ ਉਹਨਾਂ ਸਫੀਆ ਸਿਸਟਰ ਨੂੰ ਬੁਲਾ ਕੇ ਆਖਿਆ ਵੀ ਇਹ ਬੱਕਰੀ ਐਨੇ ਹੀ ਜੋਗੀ, ਇਹ ਬੱਕਰੀ ਐਨੇ ਹੀ ਜੋਗੀ ਹੈ, ਇਹ ਮੇਂਗਣਾ ਪਾ ਕੇ ਦੁੱਧ ਦੇ ਸਕਦੀ ਹੈ ਤੇ ਇਹ ਲੈ ਲਓ, ਕਬੂਲ ਫਰਮਾ ਲਓ। ਸਫੀਆ ਸਿਸਟਰ ਨੇ ਆਖਿਆ ਮੈਂ ਦੁੱਧ ਲੈ ਜਾਂਦੀ ਹਾਂ, ਵੇਖਣੀ ਹੈ, ਚੈੱਕ ਕਰਨੀ ਹੈ ਬਈ ਇਹ ਮੇਂਗਣਾ ਵਾਲਾ ਕਿ ਬਗੈਰ ਮੇਂਗਣਾ ਤੋਂ। ਉਹ ਲੈ ਗਏ ਨੇ ਦੁੱਧ ਘਰ ਤੇ ਪਿੱਛੋਂ ਇੱਥੇ ਰੌਲਾ ਪੈ ਗਿਆ ਟਿਕਟਾਕ ਦੇ ਉੱਤੇ। ਇਮਰਾਨ ਕਾਲੂ ਤੇ ਉਹਦਾ ਗਰੁੱਪ ਸਾਰਾ 5-7 ਮਰਜਾਈ ਇਕੱਠੇ ਹੋ ਗਏ ਨੇ ਤੇ ਉਹਨਾਂ ਆਖਿਆ ਸਾਡੀ ਧੌਣ ਦੇ ਵਿੱਚ ਹੀ ਇਹ ਸਰੀਆ, ਐਵੇਂ ਲੋਕੀ ਕਹਿੰਦੇ ਨੇ ਧੌਣ 'ਚ ਸਰੀਆ ਨਿਕਲ ਗਿਆ, ਐਵੇਂ ਲੋਕੀ ਕਹਿੰਦੇ ਨੇ ਧੌਣ 'ਚ ਸਰੀਆ ਨਿਕਲ ਗਿਆ, ਵਿੱਚ ਹੀ ਇਹ ਸਰੀਆ। ਤੇ ਉਹ ਮੇਰਾ ਸ਼ਾਗਿਰਦ ਆਇਆ ਤੇ ਉਹਨੇ ਆਖਿਆ ਜਾਓ 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 ਜਾ ਕੇ ਚੈੱਕ ਕਰਾਓ, ਆਪਣਾ ਅਲਟਰਾਸਾਊਂਡ ਕਰਾਓ, ਐਕਸਰੇ ਕਰਾਓ, ਸਰੀਆ ਨਿਕਲ ਚੁੱਕਿਆ। ਤੁਹਾਡੀ ਧੌਣ 'ਚ ਸਰੀਆ ਮੀਆਂ ਸਾਹਿਬ ਨੇ ਕਢਾ ਦਿੱਤਾ, ਸਰੀਆ ਨਿਕਲ ਚੁੱਕਿਆ। ਨਹੀਂ ਵਿੱਚ ਹੀ ਇਹ ਸਰੀਆ ਕਢਾਇਆ ਨਹੀਂ, ਸਰੀਏ ਦੀ ਜਗ੍ਹਾ ਬਦਲ ਸਟੀ ਮੀਆਂ ਸਾਹਿਬ ਨੇ। ਉਹ ਤੇ ਹੁਣ ਐਕਸਰੇ ਉਹਨੇ ਆਖਿਆ ਨਾ ਜਾ ਕੇ ਕਰਾ ਕੇ ਵੇਖ ਲਓ ਵੀ ਵਿੱਚ ਹੈ ਸਰੀਆ ਜਾਂ ਜਗ੍ਹਾ ਬਦਲੀ ਹੈ ਜਾਂ ਕਢਾ ਛੜਿਆ, ਕੀ ਕੀਤਾ। ਉਹਨੇ ਮੇਰੇ ਸ਼ਾਗਿਰਦ ਨੇ ਆ ਕੇ ਉਹਨਾਂ ਨੂੰ ਛਿੱਤਰ ਫੇਰੇ ਨੇ। ਉਹ ਮੇਰੇ ਸ਼ਾਗਿਰਦ ਨੂੰ ਆਂਦੇ ਨੇ ਵੀ ਤੂੰ ਪਹਿਲਾਂ ਆਪਣੇ ਉਸਤਾਦ ਤੇ ਲਾਨਤ ਪਾ। ਉਹਨੇ ਆਖਿਆ ਮੈਂ ਤੁਹਾਡੇ ਤੇ ਲਾਨਤ ਪਾਣਾ, ਤੁਹਾਡੇ ਸਾਰੇ ਮੈਂ ਉਸਤਾਦ ਤੇ ਲਾਨਤ। आवाज बड़ी घट आ रही, शोर जिहा पिछे समझ नहीं आई। वीडियो तुस आंखे कट देना केड़ी? ਉਹ ਮੀਆਂ ਸਾਹਿਬ ਵਾਲੀ ਪਿਆ ਵੀਡੀਓ ਆਂਦਾ। अच्छा अच्छा हाँ अन्ने उन्ना हिस्सा कट के तो थंबनेल ला दो ना, माफी मांगने की नाकाम कोशिश माफी मांगने की नाकाम कोशिश, ਇਹ ਥੰਬਨੇਲ ਲਾ ਦਿਓ। ਤੇ ਚਲੋ ਪਤਾ ਲੱਗ ਹੀ ਜਾਣਾ ਹੁਣ ਤੁਹਾਡੇ ਸ਼ਾਗਿਰਦ ਨੇ ਕੀ ਕੀਤਾ ਤੇ ਸੀਕਰ ਭਾਈ ਦੀ ਦੁਖੀ ਅੱਜ ਰਾਤੀ ਕੀ ਕਰਦੀ ਹੈ, ਅੱਜ ਲੱਗ ਜਾਏਗਾ ਪਤਾ। ਸੀਕਰ ਭਾਈ ਦੀ ਦੁਖੀ ਜਿਹੜੀ ਹੈ ਨਾ, ਉਹ ਮੈਂ ਤੁਹਾਨੂੰ ਦੱਸਿਆ ਮੰਜੀ ਪੁੱਠੀ ਕਰਕੇ ਪਈ ਹੈ। ਮੈਂ ਹੁਣ ਕਿੱਧਰ ਜਾਵਾਂ ਤੇ ਮੈਂ ਮੰਜੀ ਕਿੱਥੇ ਜਾਵਾਂ। ਕੋਈ ਨਹੀਂ ਰਾਤੀ ਹੋਣਗੇ ਜਸ਼ਨ। ਇਹ ਗੁੱਜਰ ਉਹਦਾ ਕਵਾੜਾ ਹੋ ਗਿਆ।
ਗੁੱਜਰ ਅਮਰਨਜ਼ੀਰ ਭਾਈ ਦੇ ਸੌਣ ਤੋਂ ਬਾਅਦ ਜਿਹੜਾ ਹੀ ਨਾ ਅੱਜ ਰਾਤ ਬੜੀ ਚੰਗੀ ਲੱਗਣੀ ਆ। ਸਹੀ ਇੰਟਰਟੇਨਿੰਗ ਰਾਤ ਹੋਣੀ ਆ ਅੱਜ। ਅੱਛਾ ਵੀ ਇਹ ਥੱਲੇ ਮੈਸੇਜ ਪੇ ਆਉਂਦੇ ਨੇ ਸੈਣੀ ਸਾਹਿਬ ਆ ਗਏ ਨੇ, ਵਾਕਈ ਆ ਗਏ ਨੇ। ਕੋਈ ਦੂਜੇ ਮੋਬਾਈਲ ਨਾਲ ਵੇਖੋ ਤਾਂ ਕਿ ਜ਼ਿੱਲੀ ਬਰੂਦੀ ਨਾ ਚਲੋ ਉਸਾਲੀ ਆ ਗਿਆ ਹੋਵੇ। ਉਹਨਾਂ ਨੂੰ ਠੰਡੇ ਉਹਨਾਂ ਨੂੰ ਥੋੜਾ ਕੰਮ ਚੱਕ ਲੈਣ ਦੋ ਤਾਂ ਸੀਕਰ ਭਾਈ ਆਏ ਤਾਂ ਸੀਕਰ ਭਾਈ ਕਰ ਦੋ। ਅੱਛਾ ਚਲੋ ਠੀਕ ਹੈ। ਮੈਂ ਕਿਹਾ ਫੇਕ ਆਈਡੀ ਦੀ ਵੀ ਲੱਗੀ। ਸੀਕਰ ਭਾਈ ਝੂਠ ਸਾਬ ਲਓ ਦੂਜਾ ਮੋਬਾਈਲ ਖੋਲਿਆ ਹੀ ਹੈ ਨਾ ਤੇ ਉਧਰੋਂ ਉਹ ਹੁਸੈਨੀ ਵਾਲੀ ਉਹ ਚੇ ਵਾਲੀ ਵੀਡੀਓ ਲੱਗ ਗਈ ਜੇ। ਡਾਇਰੈਕਟ ਚੇ ਤੇ ਟੁਰ ਗਈ। ਅੱਲਾ ਬੇ ਪੇ ਨਹੀਂ ਪੜੀ ਤੇ ਡਾਇਰੈਕਟ ਚੇ ਤੇ ਟੁਰ ਗਈ। ਡਾਇਰੈਕਟ ਚੇ ਤੇ ਟੁਰ ਗਈ। ਪਹਿਲੀ ਵੀਡੀਓ ਹੀ ਉਹ ਓਪਨ ਹੋ ਗਈ। ਹਾਂਜੀ अस्सलाम वालेकुम। ਵਾਲੇਕੁਮ अस्सलाम। देखो अच्छा मैं ते बोल नहीं सी सकता लेकिन मैं पूरी लाइव सुनी है। ओ गॉड ये पाजी लेकिन चस आ गई। मैं कहना ऐसी कोई बदकिस्मत ते बेकार कौम है वो अंदरों ही तबाह हो गई। मैं पहले आमिर भाई नु फोन कर लगा सी कि यार को अपनी दुखी ते एक्टिव करो। वो पहली एक्टिव सी ते ओने तबाही ला छड़ी ना दी। अंदाजा कर ਇਹ ਨੇ ਲੋਕੀ ਯਾਰ ਕੱਖ ਇਹਨਾਂ ਦੇ ਪੱਲੇ ਨੀਂਦ ਵਿਚਾਰੇ ਆਏ ਸਨ ਹੈ ਕੰਡੈਮ ਕਰਨ ਵਾਸਤੇ। ਉਹ ਦਵਾਈਆਂ ਦੇ ਰਿਹਾ ਪਤਾ ਨਹੀਂ ਕੀ ਕਰ ਰਿਹਾ ਤੇ ਆਪਣੀ ਚੋਰੀ ਤਬਾਹ ਕਰਕੇ ਨਿਕਲ ਗਏ ਨੇ। ਲੇਕਿਨ ਅਸਲ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਆਮਰ ਭਾਈ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਬਰਾਡ ਲੱਗੀ ਹੈ ਸਪੈਸ਼ਲ ਇਹ ਇਮਰਾਨ ਕੱਲੂ ਨੇ ਕਿਸ ਵਾਸਤੇ ਲਾਈ ਸੀ ਬਰਾਡ? ਹੁਣ ਜਿਹੜੀ ਆਵਾਜ਼ ਆ ਰਹੀ ਮੇਰੀ? ਜਿਹੜਾ ਉਹਨੇ ਬਿਆਨੀਆਂ ਹਾਂਜੀ ਉਹ ਪਿੱਛੇ ਕਾਲ ਵੀ ਆ ਜੀ ਰਹੀ। ਤੁਹਾਡੀ ਆਵਾਜ਼ ਆ ਗਈ ਸੀ। ਆਵਾਜ਼ ਆ ਗਈ ਸੀ ਤੁਹਾਡੀ ਗੱਲ ਆ ਗਈ ਸੀ। ਸੈਣੀ ਸਾਹਿਬ ਦੀ ਬਰਾਡ ਲੱਗ ਗਈ ਜੇ ਅੱਜ ਜਲਦੀ ਲਾ ਰਹੇ ਨੇ। ਅੱਛਾ ਬਸ ਮੈਂ ਗੱਡੀ ਖੜੀ ਕਰਨਾ ਤੇ ਇੰਸ਼ਾਅੱਲਾ ਦੁਆ ਦੇ ਦੱਸੋ ਤੇ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਯਾਰ। ਤੇ ਹੁਸੈਨੀ ਵੀ ਵੇਲ ਆਈਏ ਵੀ ਫਿਰ ਟੁਰ ਕੇ ਸੁਣਦਾ ਰਹਿੰਦਾ ਹੋਣਾ ਸਾਰੀਆਂ ਗੱਲਾਂ ਕੇ। ਹਾਂਜੀ अस्सलाम वालेकुम। मेरी और आवाज आ रही है? ਜੀ ਹਾਂਜੀ ਸੀਕਰ ਭਾਈ ਕਰੋ कितने ਗੱਲ। तक नहीं मतलब मेरी बात? ਅੱਡੀ ਗੱਲ ਆ ਗਈ ਸੀਗੀ ਜਿਹੜੀ ਤੁਸੀਂ ਗੱਲ ਕੀਤੀ। ਅੱਛਾ ਮੈਂ ਕਹਿ ਰਿਹਾ ਸਵਾਲ ਤੇਰਾ ਸੁਣ ਲਿਆ ਹੁਣ ਜਵਾਬ ਸੁਣ। ਇਮਰਾਨ ਕਾਲੂ ਉਹ ਨੇ ਮੈਨੂੰ ਬਰਾਡ ਪੂਰਾ- ਲਾਈ ਹੈ। ਇਮਰਾਨ ਕਾਲੂ ਨੇ ਪੂਰਾ ਤੇ ਬਰਾਡ ਕਰ ਅੱਜ ਕਰੋ ਫਿਰ। ਇਸ ਵਾਸਤੇ ਬਰਾਡ ਲਾਈ ਸੂ ਤੁਹਾਨੂੰ ਮੁਖਾਤਬ ਕਰਕੇ ਕਿ ਤੁਸੀਂ ਸੇਕ ਨਹੀਂ ਦੇ ਸਕਦੇ ਪਏ ਹੋ। ਬੱਤੀ ਦੇ ਆਕਸੀਜਨ ਦੀ ਮਿਕਦਾਰ ਥੋੜੀ ਤੇਜ਼ ਕਰੋ ਗੈਸ ਦਾ ਸੇਕ ਪਹੁੰਚੇ ਤੇ ਪਿੱਛੂ ਆ ਗਿਆ ਇਹਨਾਂ ਦਾ ਸ਼ਗਰਤ। ਉਹ ਕਹਿੰਦਾ ਉਹ ਛੋਣੀਆਂ ਨੂੰ ਅੱਗ ਲੱਗੀ ਆ ਤੇ ਤੂੰ ਕਹਿੰਦਾ ਸੇਕ ਨਹੀਂ ਪਿਆ ਪਹੁੰਚਦਾ। ਐਸੇ ਗੱਲ ਹੋਈ ਹੈ ਸਾਰੀ। ਠੀਕ ਹੈ ਇਹ ਵੀ ਗੱਲ ਠੀਕ ਹੈ। ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਇਹ ਆਮਰ ਭਾਈ ਜਿਹੜੀ ਸਵੇਰੇ ਕਾਰਵਾਈ ਪਈ ਹੈ ਨਾ ਮਾਫੀ ਵਾਲੀ कि जी माफी मांग लेते हैं तो रात माफी मांग लेते हैं चलो ठीक कर लेते हैं। ਇਹਨਾਂ ਨੇ ਕੀਤੀ ਹੈ ਗੇਮ। ਇਹਨਾਂ ਨੇ ਗੇਮ ਇਹ ਕੀਤੀ ਕਿ ਅਸੀਂ ਉੱਤੋਂ ਇਹ ਕੰਮ ਵਿਖਾ ਦਾਂਗੇ ਥੋੜੇ ਵਾਲਾ ਮਾਫੀ ਵਾਲਾ ਤੇ ਤੁਸੀਂ ਕੰਮ ਚੁੱਕਦੇ ਹੋ ਉਧਰੋਂ। ਤੁਸੀਂ ਜਾ ਕੇ ਉਧਰੋਂ ਕੋ ਕਿਹੜੀ ਮਾਫੀ ਜਿਹੜੀ ਮਾਂ ਭੈਣ ਦੀਆਂ ਗਾਲਾਂ ਗੂਲਾਂ ਕੱਢਦੀਆਂ ਨੇ ਜੋ ਕੁਝ ਕਰੋ ਤੁਸੀਂ ਖੁੱਲ ਕੇ ਕਰੋ। ਇਮਰਾਨ ਕਾਲੂ ਐਵੇਂ ਡਿਫੈਂਡ ਕਰ ਰਿਹਾ ਬੈ ਕੇ ਫੇਵਰਟ 49 ਸਾਹਿਬ ਨੂੰ ਤੇ ਫਤਿਹ ਸਲਾਮ ਨੂੰ ਤੇ ਸਾਰਿਆਂ ਨੂੰ। ਇਹ ਐਵੇਂ ਆ ਗਿਆ ਜਰਮਨ ਗਰੁੱਪ ਆ। ਉਹ ਗੇਮ ਤੇ ਇਹ ਚੱਲੀ ਏ ਗੇਮ ਇਹ ਚੱਲੀ ਏ ਲੇਕਿਨ ਉਹ ਚੌਨੀ ਤਬਾਹ ਹੋ ਗਈ ਪੁੱਠੀ। ਇਹ ਗਾਲੀਬਾਜ਼ ਗਰੁੱਪ ਤੇ ਇਹਨਾਂ ਦਾ ਸਪਾਂਸਰਡ ਹੈ। ਇਹ ਤੇ ਪਹਿਲੇ ਇਹਨਾਂ ਨੇ ਜਰਮਨ ਸ਼ੈਫਰਡ ਇਸ ਵਾਰ ਰੱਖਿਆ ਕਿ ਜਿਹਨੂੰ ਪੈਣਾ ਦਾ ਪਟਾ ਖੋਲਦੇ ਉਹ ਤਾਂ ਪੈ ਜਾਣਗੇ। ਉਹ ਇਹ ਚੱਕਰ ਜੇ ਬਾਕੀ ਤਬਾਹੀ ਮਚ ਗਈ ਵਿਚਾਰਿਆਂ ਦੀ। ਪਿੱਟ 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 ਮੂੰਹ ਲਾਲ ਨੇ ਵਰਗੇ ਹਰਸ਼ਾ ਹੀ ਲਾਲ ਹੈ ਤੇ ਵਿਚਾਰੇ ਲੱਗੇ ਨੇ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਅਠਵਾਲ 'ਚ ਏਡੀ ਗੈਰਤ ਹੋਏ। ਮੈਨੂੰ ਨਹੀਂ ਲੱਗਦਾ। ਤੁਹਾਨੂੰ ਕੀ ਲੱਗਦਾ? ਅਠਵਾਲ ਜਿਹੜਾ ਗੱਲ ਦਾ ਤੇ ਪੀਡਾ ਇਹ ਕਹਿੰਦਾ ਮੈਂ ਬਰਾੜ ਲਾਉਣ ਲਗਾ ਮੀਆਂ ਹੋਰਾਂ ਤੇ ਮੀਆਂ ਗਾਲੀਬਾਜ਼ ਵਗੈਰਾ ਵਗੈਰਾ। ਲੇਕਿਨ ਇਹ ਕਿ ਅਠਵਾਲ ਦੀਆਂ ਥੋੜ੍ਹੀਆਂ ਲੱਤਾਂ ਦਾ ਪਤਾ ਜੇ ਮਸਲਾ ਬਹੁਤ ਦੇਣਾ ਥੋੜਾ। ਲੇਕਿਨ ਹੋ ਸਕਦਾ ਲਾ ਦੇਵੇ ਬਰਾੜ ਪਰ ਉਹ ਜਿਹੜੀ ਉਹਨਾਂ ਦੀ ਖਾਨਾ ਜੰਗੀ ਅੱਗੋਂ ਸ਼ੁਰੂ ਹੋ ਗਈ ਹੈ ਕਿ ਬਈ ਇਹ ਮਾਫੀ ਮੰਗੀ ਹੈ ਨਹੀਂ ਮੰਗੀ ਨਹੀਂ ਮੰਗੀ ਮੰਗੀ ਹੈ ਨਹੀਂ ਮੰਗੀ ਹੈ ਨਹੀਂ ਮੰਗੀ। ਉਹ ਜਿਹੜਾ ਉਹ ਮਸਲਾ ਉਹਦੀ ਵਜ੍ਹਾ ਤੋਂ ਬਰਾੜ ਹੀ ਉਹਨਾਂ ਸੱਟ ਕੇ ਦੌੜਨਾ ਪੈ ਗਿਆ ਬੰਦ ਕਰਕੇ ਦੌੜੇ ਸੀ।
ਲੇਕਿਨ ਅਮਰ ਭਾਈ ਐ ਤੇ ਸਟੈਂਪ ਹੋ ਗਈ ਨਾ ਕਿ ਉਹਨੇ ਮਾਫੀ ਨਹੀਂ ਮੰਗੀ ਉਸ ਬਗੈਰਤ ਨੇ। ਇਹ ਉਹ ਤੇ ਜ਼ਾਹਿਰ ਹੈ ਜਿਹੜੇ ਇੱਥੇ ਲਲਕਰ ਕੇ ਤੇ ਆਖਦੇ ਨੇ ਉਹਦੇ ਭਰਾ ਉਹਨੇ ਮਾਫੀ ਨਹੀਂ ਮੰਗੀ, ਉਹਨੇ ਨਹੀਂ ਮੰਗੀ ਉਹ ਤੇ ਉਹ ਵੀ ਰਿਕਾਰਡਿੰਗ ਹੋ ਗਈ। ਇਹ ਤੁਸੀਂ ਕਹਿੰਦੇ ਕਿ ਮੈਂ ਕਹਿੰਦਾ ਸਾਨੂੰ ਉਹਨਾਂ ਨੇ ਕੀ ਕਹਿਣਾ ਸੀ, ਇਹ ਤਾਂ ਜ਼ਾਲਮ ਨੇ। ਜੀ ਅਸੀਂ ਕभी ਇਹ ਮਾਫੀ ਨਹੀਂ ਮੰਗੀ ਤੇ ਉਹਦਾ ਕੋਈ ਇੰਨਾ ਹੋ ਸਕਦਾ ਅਸਰ ਨਾ ਹੋਵੇ। ਹੁਣ ਤੇ ਘਰੋਂ ਹੀ ਦਵਾਈ ਆ ਗਈ ਵੀ ਮਾਫੀ ਨਹੀਂ ਮੰਗੀ ਹੈ। ਮੇਰਾ ਖਿਆਲ ਹੈ ਕਿ ਉਹਨੇ ਮਾਫੀ ਮੰਗੀ ਹੈ, ਉਹ ਵਿਛ ਗਿਆ, ਉਹ ਡਰ ਗਿਆ ਤੇ ਉਹ ਭਾਰ ਨਹੀਂ ਝੱਲ ਸਕਿਆ ਏਡੀ ਗਰੁੱਪ ਦਾ ਤੇ ਉਹਨੇ ਮਾਫੀ ਮੰਗ ਲਈ ਹੈ। ਹੁਣ ਕੱਲ ਉਹ ਇਸ ਚੀਜ਼ ਨੂੰ ਸਾਬਤ ਕਰੇ ਕਿ ਉਹਨੇ ਮਾਫੀ ਨਹੀਂ ਮੰਗੀ। ਮੇਰਾ ਖਿਆਲ ਹੈ ਕਿ ਉਹ ਡਰ ਗਿਆ, ਉਹਨੇ ਮਾਫੀ ਮੰਗ ਲਈ। ਬਾਲ ਜੀ ਜਰਮਨ ਗਰੁੱਪ ਡਾਡਾ ਜੇ, ਜਰਮਨ ਗਰੁੱਪ ਜਿਹੜਾ ਨਾ ਗਾਲੀਬਾਜ਼ ਗਰੁੱਪ ਵੈਗਸ ਹੋਸਰ ਦੇ ਜਿਹੜੇ ਖੋਤੇ ਨੇ ਇਹ ਡਾਡੇ ਨੇ, ਇਹ ਮਤਲਬ ਦੀ ਗੱਲ ਜੇ, ਇਹ ਤਕੜੇ ਜੇ। ਨਹੀਂ ਉਹਦੀ ਚਿੱਟੀ ਕੱਲ ਦੀ ਅਨਾਉਂਸਮੈਂਟ ਜੇ, ਕੱਲ ਦੀ ਸਾਰੇ ਅਨਾਉਂਸਮੈਂਟ ਸੁਣ ਲਓ ਸਵੇਰ ਦੀ। ਬਲਕਿ ਅਨਾਉਂਸਮੈਂਟ ਹੈ ਵੇ ਕਿ ਹਰ ਬੰਦਾ ਜਿਹੜਾ ਨਾ ਜਿਹਨੂੰ ਕਹਿੰਦੇ ਨਹੀਂ ਕਿ ਲੈ ਵੀ ਹੁਣ ਤੂੰ ਵਟਾ ਮਾਰ, ਹਰ ਬੰਦੇ ਨੂੰ ਇੱਕ ਉਹਦਾ ਪੀਸ ਮਿਲੇਗਾ ਇੰਜੋਇਮੈਂਟ ਦਾ। ਤੇ ਕੱਲ ਬੜਾ ਸ਼ੁਗਲ ਜੇ, ਕੱਲ ਸਾਰੇ ਜਿਹੜਾ ਨਾ ਉਹ ਪੌਪਕਾਰਨ ਸ਼ੌਪਕਾਰਨ ਲੈ ਕੇ ਤੇ ਜਿਹੜਾ ਨਾ ਕੋਈ ਬਾਕੀ ਜਿਹੜਾ ਵੀ ਪ੍ਰੋਗਰਾਮ ਉਹਨੂੰ ਭਾਈ ਸਾਡੇ ਜਿਹੜਾ ਨਾ ਪੋਸਟਪੋਨ ਕਰਨ। ਕੱਲ ਬੜਾ ਸ਼ੁਗਲ ਜੇ, ਆਲਮੀ ਜ਼ਲਾਲਤ ਦਾ ਦਿਨ ਜੇ ਇਹਨਾਂ ਦਾ। ਕੱਲ ਵੇਖਿਓ, ਦੁਆ ਕਰੋ ਅੱਲਾਹ ਤਾਲਾ ਸਿਹਤ ਚੰਗੀ ਰੱਖੇ ਤੇ ਖੈਰ ਖੈਰੀਅਤ ਰੱਖੇ ਇਨਸ਼ਾਅੱਲਾ। ਬਸ ਇਸ ਵੇਲੇ ਪਤਾ ਜੇ ਜ਼ਿਆਦਾ ਬੋਲਣ ਨਾਲ ਵੀ ਹੋ ਜਾਂਦਾ। ਹੁਣ ਅੱਜ ਵੀ ਸਵੇਰ ਦੀ ਬੋਲੀ ਜਾ ਰਹੇ ਆ, ਇਹਦੇ ਨਾਲ ਕਈ ਵਾਰੀ ਬਾਅਦ ਚ ਗਲਾ ਔਖਾ ਮੈਂ ਹੋ ਗਿਆ ਸੀ। ਕੱਲ ਬੜਾ ਔਖਾ ਸੀ ਮੈਂ, ਸ਼ਾਮ ਨੂੰ ਕੋਈ ਨਾ ਕੋਈ ਗੱਲਬਾਤ ਕਰਨ ਦੇ ਹੋ ਗਿਆ। ਨਹੀਂ ਤਾਂ ਸੀਕਰ ਬਾਈ ਤੁਹਾਡੀ ਦੁੱਕੀ ਵੱਲੋਂ ਸਾਨੂੰ ਕੋਈ ਸ਼ਾ ਲੱਭੇਗੀ ਕਿ ਨਹੀਂ ਰਾਤ ਨੂੰ? ਨਹੀਂ ਯਾਰ, ਨਹੀਂ ਮੇਰੀ ਕੋਈ ਦੁਖੀ ਨਹੀਂ। ਉਹ ਅੱਛੇ ਮੀਆਂ ਸਾਹਿਬ ਅੱਛੇ ਬੰਦੇ ਨੇ। ਦੇਖੋ ਉਹਨਾਂ ਨੇ ਆਪਣਾ ਪਾਰਟ ਅਦਾ ਕੀਤਾ ਨਾ ਚੰਗਾ। ਅੱਗੋਂ ਤਾਂ ਜਵਾਬ ਬਗੈਰਤ ਹੈ ਨਾ, ਅੱਗੋਂ ਤਾਂ ਇਹ ਸਾਰੇ ਬਗੈਰਤ ਨੇ। ਮੇਰੀ ਕੋਈ ਦੁਖੀ ਨਹੀਂ, ਤੁਸੀਂ ਨਾ ਐਵੇਂ ਕਰੋ। ਨਹੀਂ ਉਹ ਬਸਰਾ ਸਾਹਿਬ ਕਹਿ ਗਏ ਕਿ ਸੀਕਰ ਦੀ ਦੁੱਕੀ ਆ ਤਾਂ ਸੀਕਰ ਦੇ ਕਹਿਣ ਤੇ ਕਰਵਾਇਆ ਉਹਨੇ ਜੋ ਕਰਵਾਇਆ। ਚਲੋ ਉਹ ਤੇ ਵਿਚਾਰੇ ਉਹ ਪਹਿਲੇ ਵੀ ਕਹਿੰਦੇ ਰਹਿੰਦੇ ਨੇ। ਨਹੀਂ ਇਹੋ ਜਿਹਾ ਕੋਈ ਚੱਕਰ ਨਹੀਂ। ਇਲਜ਼ਾਮ ਤੇ ਲੱਗ ਗਿਆ ਨਾ ਸੀਕਰ ਭਾਈ, ਇਲਜ਼ਾਮ ਤੇ ਲੱਗ ਗਿਆ ਨਾ ਮੀਆਂ ਸਾਹਿਬ ਤੇ ਕਿ ਤੁਹਾਡੀ ਦੁੱਕੀ। ਤੁਹਾਨੂੰ ਪਤਾ ਅਮਰ ਵੀ ਇਲਜ਼ਾਮ ਤੇ ਫਿਰ ਮਿਰਜ਼ਾ ਸਾਹਿਬ ਤੇ ਵੀ ਲੱਗ ਗਿਆ ਸੀ। ਹਾਂ ਇਲਜ਼ਾਮ ਤੇ ਫਿਰ ਵਾਕਈ ਲੱਗ ਗਿਆ। ਅੱਜ ਤਾਂ ਬਸ਼ੀਰੋ ਤੇ ਮਹਿਮੂਦ ਵਾਲਾ ਕੰਮ ਕੀਤਾ। आज मेरे पे इल्जाम है तो मिर्जा साहब पे इल्जाम थोड़े जे हालात आजकल ठीक नहीं चल रहे ਤੇ आजकल थोड़े ਤੇ ਇਹ ਸਾਰੇ ਮੁਖਲਸ ਅਹਿਮਦੀ ਆ। देखो ਉਹਨਾਂ ਦੇ ਮੁਖਲਸ ਹੋਣ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਜਿਹੜੀ ਫਿਰ ਅਪਾਇੰਟਮੈਂਟ ਉਹ ਵੀ ਤੇ ਨਿਭਾਣੀ ਹੁੰਦੀ ਨਾ ਨਾਲ। ਜਿਹੜੀਆਂ ਉਹ ਅਸਾਈਨਮੈਂਟਾਂ ਨੇ ਉਹ ਵੀ ਤੇ ਕਰਕੇ ਦੇਣੀਆਂ ਹੁੰਦੀਆਂ ਇਹਨਾਂ ਨੂੰ। ਬਸ ਇਹ ਕੋਈ ਐਸੀ ਗੱਲ ਨਹੀਂ। बहुत जमात तैयार की है बादशाह मिर्जा साहब ने, ऐसी जमात तैयार की है ना, फट्टे चक देते ने जमात। ਹੁਸੈਨੀ ਦੀ ਬਰਾੜ ਤੇ 14 18 20 ਤੋਂ ਬੰਦੇ ਉੱਤੇ ਨਹੀਂ ਜਾਂਦੇ। ਜੂ ਹੀ ਅਮਰ ਭਾਈ ਨੇ ਪੈਰ ਧਰਨਾ ਨਾ ਡਾਇਰੈਕਟ 100 ਤੋਂ ਉੱਤੇ। 10-15 मिनट दे दो, मैं ना थोड़ा करना पे तो निकलने तो इंशाल्लाह कर लेने गल। तो रिकॉर्डिंग अबू बकर भाई ने कर दी थी तो चलाने तो जवाब देने। मैं क्या टोटल रिकॉर्डिंग किन्ने टाइम दी अबू बकर भाई? हो घंटा क बोलना पैना उत्थे, 1.5 घंटा उस हिसाब नाल मैं बस टाइम तो दस दो ना भी इन्ने कमेंट दी ओदी गुफ्तगू है। चलो किन्ने मिनट
ਟੋਟਲ ਕਰਕੇ ਅਸੀਂ ਵੀ 19 ਮਿੰਟ ਠੋਕਨੇ ਆ। ਲੇਕਿਨ ਉਹ ਪਿਛਲਾ ਵੀ ਤੁਹਾਡਾ ਰਹਿੰਦਾ ਸੀ ਨਾ ਇਹ ਵਕਤ। ਉਹੀ ਦੋਵੇਂ ਮੈਂ ਕਹਿ ਰਿਹਾ, ਦੋਵੇਂ ਮਿਲਾ ਕੇ ਕਰੋ ਨਾ ਟੋਟਲ। ਇਹ ਸੁਣਨਗੇ ਤੇ ਅਮਰ ਭਾਈ ਤਾਂ ਹੀ ਨਾ, ਜੇ ਸੈਣੀ ਨੇ ਕਿਸੇ ਹੋਰ ਨੂੰ ਨਾ ਝੁਕਿਆ ਤੇ। ਨਹੀਂ, ਉਹ ਕੱਲ ਉਹਨਾਂ ਨੇ ਕਿਹਾ ਸੀ ਕਿ ਕੱਲ ਹੁਸੈਨੀ ਸਾਹਿਬ ਨੇ ਉਹਨੂੰ ਕਿਹਾ ਸੀ ਕਿ ਤੁਹਾਡੀ ਅੱਜ ਹੋ ਗਈ, ਕੱਲ ਉਹ ਆਉਣਗੇ ਤੇ ਤੁਸੀਂ ਉਹ ਫਿਰ ਆਪਣੀ ਗੱਲ ਆਪਣੇ ਤਰੀਕੇ ਨਾਲ ਬਿਆਨ ਕਰ ਦੇਣਗੇ। ਤੇ ਅੱਜ ਤੇ ਉਹਨੂੰ ਵੈਸੇ ਚੁੱਕਣਾ ਬਣਦਾ ਨਹੀਂ, ਕਿਉਂਕਿ ਉਹ ਅਗਰ ਇੰਟਰਪਟ ਕਰੇਗਾ ਤੇ ਫਿਰ ਉੱਥੇ ਇਤਜਾਜ ਹੋਏਗਾ ਕਿ ਇਹਨੂੰ ਲਾਓ ਥੱਲੇ, ਕਿਉਂਕਿ ਕੱਲ ਉਹਨੂੰ ਕੱਲਿਆਂ ਬਹਾ ਕੇ ਦੀ ਸੁਣੀ ਗੱਲ। ਅੱਛਾ ਅਮਰ ਭਾਈ, ਹੋਰ ਕੁਝ ਕਰਨਾ ਨਾ ਕਰਿਓ, ਇਹ ਜ਼ਰੂਰ ਕਿਉਂਕਿ ਟਾਈਮ ਲਾਣਾ। ਉਹ ਜਿੱਦਾਂ ਹੀ ਤੁਸੀਂ ਕਹਿੰਦੇ ਨਾ ਟਾਈਮ ਲਾਣਾ, ਨਾ 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 ਕਹਿੰਦਾ ਇਹ ਸ਼ਰਾਰਤ ਨਹੀਂ ਕਰਨੀ। ਉਹ ਏਡਾ ਚਲਿਆ ਟਾਈਮ ਤੋਂ ਲੱਗ ਗਿਆ ਨਾ। ਟਾਈਮ ਤੇ ਟਰੁੱਥ ਸੀਕਰ ਦਾ ਤੇ ਇਮਰਾਨ ਕਾਲੂਨ ਦਾ ਟਾਈਮ, ਦੋਵਾਂ ਦਾ ਟਾਈਮ ਇਹਨਾਂ ਦੀ ਛੇੜ ਹੈ। ਟੋਸੀ ਕਰਦੀ ਤਾਂ ਬਹੁਤੀ ਪੈੜੀ ਹੈ। ਇਹਦੀ ਵੀ ਛੇੜ ਮਾਰੀ ਨਹੀਂ, ਇਹਨੂੰ ਵੀ ਮਾੜਾ ਜਾ ਕੇ ਟਾਈਮ ਲਾ ਲਈ, ਇਹ ਚੀਕਾਂ ਮਾਰਨ ਸ਼ੁਰੂ ਹੋ ਜਾਂਦਾ। ਨਾ 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 ਨਾ, ਕਿਹੜੀ ਟਾਈਮ। ਤਵਾ ਇਹ ਟਰੁੱਥ ਸੀਕਰ ਨਾਲ ਉਹ ਕੰਮ ਹੋਇਆ ਜਿੱਕਣ ਤੁਹਾਡਾ ਸ਼ਗਿਰਦ ਆਈਡੀ ਬਲਾਕ ਕਰਾਉਣ ਗਿਆ ਸੀ ਹੁਸੈਨੀ ਕੋਲੋਂ। ਅਨਬਲਾਕ ਕਰਾਂ ਦਾ। ਹਾਂ, ਅਨਬਲਾਕ ਕਰਵਾਉਣ। ਬਸ ਉਹ ਇੱਕ ਗਲਤੀ ਇਹਨੇ ਮੇਰੇ ਸ਼ਾਗਿਰਦ ਨੇ ਕੀਤੀ ਹੈ ਆਪਣੇ ਪੂਰੇ ਕੈਰੀਅਰ 'ਚ। ਉਸ ਦਿਨ ਇਹਦੇ ਕੋਈ ਗਲਤੀ ਹੋਈ ਹੈ, ਵਰਨਾ ਮਜਮੂਈ ਤੌਰ ਤੇ ਤੁਸੀਂ ਵੇਖ ਲਓ ਉਹ ਇਹਨਾਂ ਸਭ ਤੇ ਆਵੀ ਹੈ। ਉਹ ਉਦੋਂ ਸਾਹਮਣੇ ਉਸਤਾਦ ਬੈਠਾ ਸੀ ਨਾ, ਉਦੋਂ ਤੁਸੀਂ ਕਿਹਾ ਸੀਗਾ ਕਿ ਸੈਣੀ ਸਾਹਿਬ ਆ ਕਰ ਦੋ ਇੱਕ ਬਲੌਗ, ਤਾਂ ਉੱਥੋਂ ਇਹਨੇ ਕਿਹਾ ਸੀਗਾ ਸੈਣੀ ਸਾਹਿਬ ਸਾਰੀਆਂ ਕਰ ਦੋ। ਨਹੀਂ, ਉਹ ਗਲਤੀ ਹੋ ਗਈ, ਇਹਨੂੰ ਪਤਾ ਤੇ ਨਹੀਂ ਸੀ ਨਾ ਵਿੱਚ ਉਹ ਵੀ ਆਈਡੀਆ ਹੈ। ਉਹ ਤੇ ਉੱਤੋਂ ਬੁਲਾ ਪੈ ਗਈ ਨਾ। ਹੁਸੈਨੀ ਨਾ ਪਹਿਲਾਂ ਉਹਦਾ ਹੀ ਪੜਿਆ। ਅਹਿਮਦ ਸਾਹਿਬ ਗਲਤੀਆਂ ਤੇ ਬਥੇਰੀਆਂ ਕੀਤੀਆਂ ਨੇ। ਇਹ ਉਹੀ ਸੀ ਜਿਹਨੇ ਕਿਹਾ ਸੀ 3-3 ਮਿੰਟ ਲਾ ਕੇ ਕਰ, ਤੂੰ ਡਟ ਜਾ, ਲੋ ਜਾ, ਕੋਈ ਨਹੀਂ, ਡਟ ਜਾ ਸੂਰੀ ਦੇ ਉੱਤੇ। ਇਹ ਉਹੀ ਸੀ ਜਿਹਨੇ ਅੱਗੇ ਖਿਲਾ ਰਿਹਾ ਸੀ ਤੁਹਾਡੇ। ਨਹੀਂ, ਉਹ ਇਹਨੇ ਤਾਂ ਕਿਹਾ ਸੀ, ਉਹ ਸਲੀਮ ਮੀਰ ਪਿੱਛੋਂ ਮੱਤਾਂ ਦਿੰਦਾ ਸੀ ਨਾ, ਦੌੜ ਜਾ ਨਿਕਲ ਜਾ ਤੂੰ। ਤੇ ਜਿਸ ਤਰ੍ਹਾਂ ਸੈਣੀ ਸਾਹਿਬ ਦੀ ਬਰਾੜ ਤੇ ਇੱਕ ਦਿਨ ਇਹਨੇ ਪੜ੍ਹੇ ਫਤਵੇ ਤੇ ਪੜ੍ਹ ਕੇ ਦੌੜ ਗਿਆ। ਜਿਸੇ ਮੇਰੀ ਵਾਰੀ ਆਈ ਬਰਾੜ ਛੱਡ ਕੇ ਦੌੜ ਗਿਆ। ਤੇ ਮੈਂ ਕਿਹਾ ਹੁਣ ਸੈਣੀ ਸਾਹਿਬ ਕੀ ਕਰਨਾ, ਕਹਿੰਦੇ ਹੁਣ ਛੱਡੋ ਪਰਾਂ ਦਫਾ ਕਰੋ। ਇਹ ਵੀ ਤੁਸੀਂ ਇੱਕ ਵਾਰੀ ਤਮਾਸ਼ਾ ਵੇਖਿਆ ਹੋਣਾ। ਜੀ ਹਾਂਜੀ। ਇਮਰਾਨ ਖਾਲੂ ਨੇ ਨਾ ਉੱਥੇ ਫਤਵੇ ਪੜ੍ਹੇ ਤੇ ਮੈਂ ਕਿਹਾ ਚੱਲ ਪੜ੍ਹ ਲੈ, ਤੂੰ ਪੜ੍ਹ ਲੈ, ਤੇ ਜਿਸ ਵੇਲੇ ਤੇਰੀ ਵਾਰੀ ਮੁੱਕ ਜਾਏਗੀ ਤੇ ਫਿਰ ਮੈਂ ਵਾਰੀ ਖਾਵਾਂਗਾ। ਇਹ ਫਤਵੇ ਪੜ੍ਹ ਬੈਠਾ ਤੇ ਇਹਨੂੰ 1122 ਨੇ ਆਖਿਆ ਨੱਸ ਜਾ ਹੁਣ, ਤੂੰ ਹੁਣ ਲਗਾਈ ਸਾਡੀ ਤੁੰਬਣ ਲਗਾਈ ਸਾਨੂੰ, ਨਿਕਲ ਉਧਰ, ਨਿਕਲ ਨਿਕਲ ਨਿਕਲ। ਕਿਆ ਬਰਾੜ ਛੱਡ। ਸੈਣੀ ਸਾਹਿਬ ਨੇ ਆਖਿਆ ਕੀ ਕਰਾਂ ਹੁਣ। ਹੈ ਅਮਰ ਭਾਈ, ਇਹ ਤਾਂ ਉਸਤਾਦ ਵੀ ਇੰਜੀ ਨਸ਼ਾ ਸੀ, ਸੈਣੀ ਦੀ ਬਰਾੜ ਤੋਂ ਨਸ਼ਾ ਸੀ ਨਾ। ਉਹ ਤੇ ਸੈਣੀ ਸਾਹਿਬ ਦੀ ਉਹਦੀ ਮਲਕ ਤਲਤ ਦੀ ਬਰਾੜ ਤੋਂ, ਉਹ ਤਾਂ ਸਾਰੀਆਂ ਬਰਾਡਾਂ ਤੋਂ। ਲੋ ਜੀ ਗੁੱਜਰ ਸਾਹਿਬ, ਜੇ ਹੁਣ ਤੁਹਾਡਾ ਟਾਈਮ ਪੂਰਾ ਹੋ ਗਿਆ ਤੇ ਮੈਂ ਕੋਈ 10-15 ਮਿੰਟ ਦਾ ਵਕਫਾ ਕਰਨਾ ਤੇ ਉਹਦੇ ਬਾਅਦ ਇਨਸ਼ਾਅੱਲਾ ਸੈਣੀ ਸਾਹਿਬ ਦੀ ਬਰਾੜ ਤੇ ਘੰਟੇ ਡੇਢ ਦਾ ਕੌਮ ਨਾਲ ਖਿਤਾਬ ਕਰਨਾ ਹੈ। अस्सलाम वालेकुम। ਵਾਲੇਕੁਮ ਸਲਾਮ। ਉਹ ਮੈਂ ਕਿਹਾ ਅਸੀਂ ਤੇ ਸਵੇਰੇ ਵੀ ਆਏ ਸਲਾਮ ਦਾ ਕਰਨ ਲਈ, ਸਾਨੂੰ ਚੁੱਕ ਕੇ ਥੱਲੇ ਮਾਰਿਆ ਸੀਗਾ। ਠੀਕ ਹੈ, ਮੈਂ ਉਸ ਵੇਲੇ ਸੁੱਟਿਆ, ਉਸ ਵੇਲੇ ਨਹੀਂ ਉਸ ਵੇਲੇ ਮੈਂ ਹੀ ਤੁਹਾਨੂੰ ਥੱਲੇ ਸੁੱਟਿਆ। ਉਸ ਵੇਲੇ ਹਾਲਾਤ ਕਾਫੀ ਕੋਈ ਦਗਰਗੋਂ ਸੀ। ਹਾਲਾਤ ਬਰਾੜ ਦੇ ਜਿਹੜੇ ਨੇ ਨਾ, ਉਹ ਤੇਜ਼ ਸਟਾਪ ਆਉਂਦੇ ਸੀ ਪਏ ਤੇ ਸਵਾਰੀਆਂ ਚੁੱਕਦੇ ਲਾਂਦੇ ਸੀ ਪਏ। ਸ਼ਹਿਰ ਦੇ ਵਿੱਚ ਵੜੇ ਸੀ ਨਾ, ਰਸ਼ ਸੀ ਉਸ ਵੇਲੇ।
ਤੇ ਹੋ ਗਿਆ ਵਾਕਈ ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਉਤਾਰਿਆ ਤੇ ਮੈਂ ਕਿਹਾ ਚਲੋ ਹੁਣੇ ਲੈ ਲੈਣੇ ਫਿਰ ਬਾਅਦ 'ਚ ਫਿਰ ਤੁਸੀਂ ਕਿਹੜੇ ਬਿਜ਼ੀ ਹੋ ਨਹੀਂ ਮੈਂ ਤਾਂ ਸਾਡੇ ਮਤਲਬ ਥੱਲੇ ਬੈਠਾ ਸੁਣ ਰਿਹਾ ਸਾਂ ਤੇ ਮੈਂ ਕਿਹਾ ਚਲੋ ਕਿਤੇ ਟਾਈਮ ਲੱਗਾ ਤੇ ਫਿਰ ਬਾਹਰ ਜਾ ਕੇ ਤੇ ਫਿਰ ਸਲਾਮ ਦਾ ਲੈ ਲਾਂਗੇ। ਤੇ ਮੈਂ ਹੁਣ ਵੇਖਿਆ, ਮੈਂ ਕਿਹਾ ਹੁਣ ਉਧਰ ਆਪਣਾ ਰੂਹਾਨੀ ਖਜ਼ਾਨ ਖੁੱਲ ਗਈ ਏ ਤੇ ਮੈਂ ਕਿਹਾ ਉਸਤਾਦ ਹੀ ਚੱਲੇ ਨੇ। ਮੈਂ ਕਿਹਾ ਬਈ ਇਹਦੇ ਨਾਲ ਬਿਹਤਰ ਕਿ ਪਹਿਲੇ ਸਲਾਮ ਦਾ ਲੈ ਲਈਏ ਜਾ ਕੇ ਫੌਰੀ ਤੌਰ ਤੋਂ ਪਹਿਲਾਂ। ਜਜ਼ਾਕੱਲਾ ਉਸਤਾਦ ਮਤਲਬ ਬਹੁਤ ਸ਼ੁਕਰੀਆ। ਇਨਸ਼ਾਅੱਲਾ ਹੁੰਦੀ ਹੈ ਗੱਲ। ਅਸੀਂ ਤੇ ਸਾਨੂੰ ਤੇ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ, ਤੁਹਾਡੀਆਂ ਦੁਆਵਾਂ ਹੋਣ ਤੇ ਇਨਸ਼ਾਅੱਲਾ ਸਭ ਭਲਾ ਹੀ ਭਲਾ। ਬਾਕੀ ਖੈਰ ਅੱਲਾਹ ਤਾਲਾ ਮਿਹਰਬਾਨੀਆਂ ਫਰਮਾਏ ਤੇ ਅੱਲਾਹ ਤਾਲਾ ਤੁਹਾਨੂੰ ਦੀਨੋ ਦੁਨੀਆ ਦੀਆਂ ਭਲਾਈਆਂ ਅਤਾ ਫਰਮਾਏ। ਅੱਲਾਹ ਹੀ ਅਮੀਨ। ਤੇ ਉਹ ਨਹੀਂ ਭਾਈ ਬੈਠੇ ਨੇ ਤੁਸੀਂ ਕਰ ਲਓ ਗੱਲ ਤੇ ਮੈਂ ਬਸ ਤੁਹਾਨੂੰ ਦੱਸ। ਜ਼ਰੂਰ ਪਾਪਾ ਜੀ ਬੈਠੇ ਹੋ? ਕੋਈ ਨਹੀਂ ਬੈਠੇ ਹੁਕਮ ਕਰੋ। ਹਾਂ ਜੀ ਹੁਕਮ ਅੱਲਾ ਦੀ ਜ਼ਾਤ ਹੈ। ਨਹੀਂ ਇਹਦਾ ਉਹ ਨਹੀਂ ਉਧਰ ਪਿੰਡੀਆ ਗਰਮੀ ਬਹੁਤ ਪੈਣੀ ਪਈ ਹੈ ਯਾਰ। ਇਆਂ ਨਾ ਡਰਾਮੇ ਕਰਿਆ ਕਰੋ, ਤੁਸੀਂ ਬੜਿਆਂ ਨਾਲ ਤੁਸੀਂ ਗੱਲਾਂ ਕਰਨੇ ਹੋ। ਖੁਦਾ ਨਾ ਨਾ ਜੇ ਪਾਪਾ ਜੀ ਇਹਨਾਂ ਕਿ ਸਮਝਾ ਲਿਆ ਕਰੋ ਨਾ ਥੋੜਾ ਬਹੁਤਾ। ਨਹੀਂ ਕਰੋਗੇ ਨਹੀਂ ਬੱਚੇ ਮੈਂ ਆਪਣੇ ਇਹੀ ਗੱਲ ਹੈ। यही गल है, हकीकत है जी, हकीकत है। बहुत अच्छी गल है। अच्छा मैं वो ना अपना सुन रहा सा 2-3 दिन तो बड़ा जड़ा सिलसिला चल रहा सी ते बाबा जान बैठे हैं हाँ जी। तो वो अपना कि 2-3 दिन तो बड़ा सिलसिला सुन रहा सा दुध वाला। ਤੇ ਮੈਂ ਤੇ ਜ਼ਹਨ 'ਚ ਇਹ ਲਿਆ ਰਿਹਾ ਸਾਂ ਕਿ ਰਬੂਆ ਚੌਂਕ ਦੇ ਵਿੱਚ ਉਹ ਮੰਜਾ ਹੁੰਦਾ ਸੀ ਤੇ ਸਾਰੇ ਅੰਮਾ ਜਾਨ ਕਹਿੰਦੇ ਸਨ ਤੇ ਵੱਡ ਵਡੇਰੇ ਤੇ ਫਿਰ ਸਾਰੇ ਜ਼ਾਹਿਰੀ ਬਾਤ ਜਾ ਕੇ ਪੈਰੀ ਹੱਥ ਲਾਉਂਦੇ ਹੁੰਦੇ ਸਨ। ਤੇ ਉਹ ਅੰਮਾ ਜਾਨ ਕਹਿਣ ਤੋਂ ਪਹਿਲੇ ਕੋਈ ਕੰਮ ਹੁੰਦਾ ਸੀ ਜਾਂ ਬਾਅਦ 'ਚ ਹੁੰਦਾ ਸੀ, ਇਹ ਨਹੀਂ ਮੈਨੂੰ ਕੋਈ ਸਮਝ ਆ ਰਹੀ। ਮੈਂ ਤਾਂ ਬੜਾ ਪਰੇਸ਼ਾਨ ਹੋਇਆ ਇਸ ਗੱਲ 'ਤੇ। ਜੇ ਕੋਈ ਭਰਾ ਮੈਨੂੰ ਜਵਾਬ ਦੇ ਦੇ ਤੇ ਸਾਰਿਆਂ ਨਾਲ ਜ਼ਹੀਨ ਬੰਦਾ ਵੀ ਇੱਕ ਬੈਠਾ ਸਾਡੇ ਕੋਲ ਸਾਡੇ ਦਰਮਿਆਨ 'ਚ ਤੇ ਸ਼ਾਇਦ ਉਹ ਹੀ ਜਵਾਬ ਦੇ ਦੇਣ ਮੈਨੂੰ। अच्छा मेरी तो गुजारिश है कि तली सतह रखो इस मौजूदा जो मौजूद है ना उस तक रखो, उता नहीं बहना। ठीक है ना जी? ठीक हो गया नहीं भाई जी, ठीक हो गया। इस तली सतह अपना नहीं भाई काम तो इन्हां दे वड्डियां दा शुरू होया है ना। नहीं जी गल मैं की बस तुसीं समझो कुछ खास गल्लां होंदियां ने। जी ठीक हो गया, ठीक हो गया। हाँ बस इस तक रखो, ठीक है। वीर जी मैं वाकई लेट हो गया, कोई शक नहीं है, मगर ये है कि चलो लेट आए दुरुस्त आए, शायद यही गल मेरी हो जाए। अच्छा जी ठीक है जी, करो साकी। मुस्लिम साहब आए ने, अस्सलाम वालेकुम। वालेकुम सलाम। कहना सी अगर इमरान मलिक ਦਾ ਨੰਬਰ ਕਿਸੇ ਕੋਲ ਆਏ ਤੇ ਉਹਨੂੰ ਕਹੋ ਉਸ ਬਰੋਡ ਤੋਂ ਉੱਤਰ ਜਾ, ਸੈਫੀ ਦੀ ਬਰੋਡ ਤੇ ਗਿਆ ਹੈ ਤੇ ਉੱਥੇ ਇਮਰਾਨ ਮਲਿਕ ਕੋਲ ਇਤਨਾ ਕੁਰਾਨ और हदीस ਦਾ ਇਲਮ ਤਾਂ ਨਹੀਂ ਹੈ, ਤਾਂ ਉਹ ਉਹਨੂੰ ਫਸਾ ਰਹੇ ਨੇ। ਮਤਲਬ ਹੈ ਕਿ ਐਸੇ ਝੂਠੀਆਂ ਗੱਲਾਂ ਕਹਿ ਕੇ ਨਾ ਤੇ ਉਹ ਸੱਚੇ ਸਾਬਤ ਹੋ ਰਹੇ ਨੇ ਤੇ ਇਹ ਹਾਰ ਰਿਹਾ ਤੇ ਫਾਇਦਾ ਨਹੀਂ ਹੈ ਇਹਨਾਂ ਨਾਲ ਬਹਿਸ ਕਰਨ ਦਾ। ਜੇ ਤੇ ਕੋਈ ਦਲੀਲ ਹੋਏ, ਕੋਈ ਮਿਰਜ਼ੇ ਦਾ ਹਵਾਲਾ ਹੋਏ, ਫਿਰ ਤੇ ਬੰਦਾ ਚੜ੍ਹੇ ਉਹਨਾਂ ਨਾਲ ਲੜੇ ਦਲੀਲ ਨਾਲ। ਉਹ ਉਹਦੇ ਕੋਲ ਹੈ ਕੁਛ ਨਹੀਂ ਤੇ ਵੈਸੇ ਹੀ ਜਿਹੜਾ ਨਾ ਉਹ ਫਿਰ ਸੱਚੇ ਸਾਬਤ ਹੋ ਰਹੇ ਨੇ। ਜਿਹੜੇ ਥੱਲੇ ਹੁੰਦੇ ਨੇ ਉਹ ਵੀ ਤਾੜੀਆਂ ਮਾਰਦੇ ਨੇ, ਦੇਖੋ ਸਾਡਾ ਜਿਹੜਾ ਮੁਰੱਬੀ ਹੈ ਸੱਚਾ ਹੋ ਗਿਆ, ਜਿੱਤ ਗਿਆ, ਤੇ ਜਿਹੜਾ ਸਰਕਾਰੀਆਂ ਦਾ ਸੀ ਹਾਰ ਗਿਆ। ਤਾਂ ਉਹ ਵੈਸੇ ਉੱਤੇ ਚੜੇ ਆ। ਇਹ ਕਹਿਣਾ ਸੀ। ਉਹਨੂੰ ਕਰੋ ਯਾਰ ਫੋਨ ਅਬੂ ਬਕਰ। ਮੇਰੇ ਕੋਲ ਤੇ ਉਹਦਾ ਨੰਬਰ ਹੀ ਨਹੀਂ ਹੈ ਨਾ। ਤੇ ਉਹ ਜਿਹੜਾ ਸੈਫੀ ਹੈ ਉਹ ਤੁਹਾਨੂੰ ਪਤਾ ਉਹ ਮਤਲਬ ਇੰਝ ਫੇਰ ਕੇ ਗੱਲਾਂ ਨੂੰ ਮਨ ਹੀ ਬਦਲ ਕੇ ਝੂਠੀਆਂ ਹਦੀਸਾਂ ਪੇਸ਼ ਕਰਕੇ ਕੁਰਾਨੀ ਆਇਤ ਦਾ ਮਨ ਹੀ ਹੈ ਜਿਹੜਾ ਉਹਦੇ ਵਿੱਚ ਮਿਰਜ਼ਾ ਨੂੰ ਲਿਆ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰ ਲੈਂਦੇ ਨੇ। ਤੇ ਆਮ ਬੰਦਾ ਉਹਨਾਂ ਦੇ ਕੀ ਪੇਸ਼ ਜਾਏਗੀ ਉਹਦੀ? ਫਿਰ ਸਾਡਾ ਜਿਹੜਾ ਆਮ ਮੁਸਲਮਾਨ ਹੋਏਗਾ ਇਹ ਹੋਏ ਪਤਾ ਦੀਨ ਨੂੰ ਸਮਝਣ ਵਾਲਾ, ਹਵਾਲਾ ਹੋਏ ਉਹਨਾਂ ਦੀ ਕਿਤਾਬ ਦਾ, ਕੁਰਾਨ ਹਦੀਸ ਦੀ ਕੋਈ ਆਇਤ ਉਹਨਾਂ ਦੇ ਸਾਹਮਣੇ ਰੱਖੇ ਤੇ ਫਿਰ ਵੀ ਨਹੀਂ ਮੰਨਦੇ ਉਹ। ਤੇ ਇਮਰਾਨ ਵੀ ਜਿਹੜਾ ਨਾ ਉਹਨੂੰ ਵੀ ਕਿਸੇ ਵੇਲੇ ਹਾਰਿਸ਼ ਹੋ ਜਾਂਦੀ ਹੈ ਤੇ ਮੱਠੀ ਕਰਨ ਗਿਆ ਹੋਣਾ ਉਹ ਵੀ।
ਹਾਂਜੀ। ਤਕਰੀਰਾਂ ਸੁਣਨ ਦਾ ਕੀ ਫਾਇਦਾ? ਜਾਂ ਤੇ ਉਹਨਾਂ ਨੂੰ ਬਰਾਬਰ ਮੌਕਾ ਦਿਓ, 1 ਮਿੰਟ ਉਹ ਬੋਲੇ, 1 ਮਿੰਟ ਸਾਡਾ ਬੰਦਾ ਬੋਲੇ, ਜਾਂ 2-4 ਗੱਲਾਂ ਮੈਂ ਕੀਤੀਆਂ ਨੇ, 2-4 ਤੁਸੀਂ ਕਰੋ। ਉਹ ਤਕਰੀਰ ਝਾੜਦੇ ਨੇ ਆਪਣੀ ਮਰਜ਼ੀ ਦੀ, ਆਪਣੇ ਮਤਲਬ ਦੀ, ਆਪਣੇ ਫਾਇਦੇ ਦੀ, ਜਿਹਦੇ ਵਿੱਚ ਉਹਨਾਂ ਦਾ ਅਕੀਦਾ ਅਕਾਇਦ ਨੇ ਜਿਹੜੇ ਦਰੁਸਤ ਸੱਚੇ ਸਾਬਤ ਹੋਵਣ, ਉਹਨਾਂ ਨੇ ਇਹ ਬਿਆਨ ਕਰਨਾ ਹੈ। ਇਹ ਹੋ ਬੋ ਮਿਰਜ਼ੇ ਵਾਲੀ ਕਾਪੀ ਕਰਦੇ ਨੇ ਉਹਨਾਂ ਦੇ ਫਾਲੋਅਰ ਨੇ ਜਿਹੜੇ। ਗੱਲ ਦਾ ਕੁਰਾਨੀ ਆਇਤ ਦਾ ਮਨ ਹੀ ਬਦਲਣਾ, ਮਫਹੂਮ ਬਦਲਣਾ, ਇਸੇ ਤਰ੍ਹਾਂ ਹਦੀਸਾਂ ਨਾਲ ਇੰਜ ਕਰਨਾ। ਅੱਲਾਹ ਨੇ ਇਹਨਾਂ ਨੇ ਉਹਨੂੰ ਫਟਕਾਰ ਐਸੀ ਮਾਰੀ ਏ, ਇਹਨਾਂ ਨੇ ਕੁਰਾਨੀ ਆਇਤ ਔਰ ਹਦੀਸਾਂ ਦਾ ਮਨ ਜਾਂ ਮਫਹੂਮ ਬਦਲਿਆ, ਅਤੇ ਅੱਲਾਹ ਤਾਲਾ ਨੇ ਇਹਨਾਂ ਕਾਦੀਆਨੀਆਂ ਦਾ ਮਿਰਜ਼ਾਈਆਂ ਦੀਆਂ ਸ਼ਕਲਾਂ ਬਦਲ ਦਿੱਤੀਆਂ। ਇਹਨਾਂ ਦੀਆਂ ਸ਼ਕਲਾਂ ਦੇਖੋ, ਜ਼ਿਆਦਾਤਰ ਜਿਹੜੇ ਨੇ ਬਿਗੜੀ ਹੋਈਆਂ, ਉਹ ਲਾਨਤ ਪਈ ਹੋਈ, ਪਤਾ ਹੀ ਨਹੀਂ ਚੱਲਦਾ ਇਹ ਮੁਸਲਮਾਨ ਨੇ ਜਾਂ ਕੋਈ ਹੋਰ ਕਿਸੇ ਮਜ਼ਹਬ ਦੇ ਬੰਦੇ ਨੇ। ਦੇਖੋ ਸੁਭਾਨ ਅੱਲਾਹ ਆਉਂਦਾ ਹੈ, ਉਹਦੀ ਫੋਟੋ ਦੇਖੋ, ਉਹਦੀ ਕਾਲੂ ਦੀ ਦੇਖੋ। ਇੰਝ ਇਹਨਾਂ ਦੀਆਂ ਸ਼ਕਲਾਂ ਦੇਖ ਕੇ ਕਸਮ ਸੇ ਗਿਣ ਆਉਂਦੀ ਹੈ, ਕਰਾਹਤ ਆਉਂਦੀ ਹੈ। ਅੱਛਾ, ਇਹ ਫੋਟੋ ਕਿਤੇ ਲਾਈ ਹੋਈ ਹੈ? ਬਾਬਾ ਜਾਨ ਕੌਣ ਨੇ? ਇਹ ਕੌਣ ਨੇ? ਅੱਛਾ, ਸਨਾਉੱਲਾ ਅੰਮ੍ਰਿਤਸਰੀ। ਅੱਛਾ ਅੱਛਾ, ਜਦੋਂ ਤੁਸੀਂ ਥੱਲੇ ਪਤਾ ਨਹੀਂ ਕੁਝ ਲਿਖਿਆ ਮਿਰਜ਼ਾ, ਤਾਂ ਮੈਨੂੰ ਵੀ ਸ਼ੱਕ ਪੈ ਗਿਆ। ਮੈਂ ਕਿਹਾ ਇਹ ਫੋਟੋ ਦੇ ਉੱਤੇ ਮੁਅੱਜ਼ਜ਼ ਇਨਸਾਨ ਲੱਗ ਰਹੇ ਨੇ, ਤੇ ਮੈਂ ਸਮਝਿਆ ਸ਼ਾਇਦ ਤੁਸੀਂ ਉਹਨਾਂ ਦੇ ਕਿਸੇ ਦੀ ਲਾਈ ਹੋਈ ਹੈ। ਵੈਸੇ ਅੱਛਾ, ਮਤਲਬ ਇਹਨਾਂ ਦਾ ਫੋਟੋ ਹੀ ਕਾਫੀ ਹੈ, ਫੋਟੋ ਹੀ ਦੇਖ ਕੇ ਡਰ ਜਾਂਦੇ ਨੇ। ਟਰੁੱਥ ਸੀਕਰ ਪੁੱਛਦਾ ਹੈ ਕਿਧਰ ਬਾਤ ਹੋ ਰਹੀ ਹੈ ਮਲਕ ਇਮਰਾਨ ਦੀ? ਤੁਸੀਂ ਕਿਉਂ ਡਰਦੇ ਹੋ ਟਰੁੱਥ ਸੀਕਰ ਸਾਹਿਬ? ਉੱਤੇ ਆ ਕੇ ਪੁੱਛ ਲਿਓ, ਕੋਈ ਸਵਾਲ ਗੱਲਬਾਤ ਕਰਨੀ ਹੈ। ਸੈਣੀ ਸਾਹਿਬ ਜਿਹੜੇ ਚੁੱਕਦੇ ਹੀ ਆਪਣੇ ਮਰਜ਼ੀ ਦੇ ਕਾਦੀਆਨੀ ਨੇ, ਜ਼ਿਆਦਾਤਰ ਉਹ ਕਾਦੀਆਨੀਆਂ ਨੇ ਉੱਤੇ ਚੁੱਕਦੇ ਨੇ, ਅਤੇ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਮੌਕਾ ਵੀ ਦਿੰਦੇ ਨੇ। ਇਹ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ। ਸਾਡੇ ਬੰਦੇ ਹੁੰਦੇ ਹੀ ਨਹੀਂ, 1 ਜਾਂ 2 ਹੁੰਦਾ ਹੈ, ਅਤੇ ਉਹਨਾਂ ਦੇ 5-6 ਹੁੰਦੇ ਨੇ, 6-7 ਹੁੰਦੇ ਨੇ ਕਦੀ ਕਦੀ। ਅੱਛਾ।